ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਦਿਲਹੁ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰਥੀਏ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੁਮ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ਬੇਸੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਬੇਸੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਆਵਰ ਨਾ ਪੀਖੈ ਏਕਸ ਬਿਨ ਕੋਇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਮਨ ਸਾਚਾ ਮੁਖ ਸਾਚਾ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ
ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਅੰਦਰ ਹਜੂਰ ਬ੍ਰਹਮ ਗਿਆਨੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਣ ਔਰ ਲੱਛਣ ਦੱਸ ਰਹੇ ਆ ਕਿ ਬ੍ਰਹਮ ਗਿਆਨੀ ਦੀ ਨਿਸ਼ਾਨੀ ਕੀ ਹੁੰਦੀ ਹੈ। ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਵੋ, ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਸਾਚਾ ਮੁਖ ਸਾਚਾ ਸੋਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਜਿਸ ਦੇ ਹਿਰਦੇ ਅੰਦਰ ਵੀ ਸੱਚੇ ਪਰਮਾਤਮਾ ਦੀ ਯਾਦ ਹੈ, ਮੁਖ ਤੋਂ ਵੀ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ ਹੈ। ਆਵਰ ਨਾ ਪੇਖੈ ਏਕਸ ਬਿਨ ਕੋਏ। ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਸੰਸਾਰ ਦੇ ਅੰਦਰ ਦੇਖਦਾ ਨਹੀਂ ਹੈ। ਭਾਵ ਪਰਮਾਤਮਾ ਨੂੰ ਸਰਬ ਵਿਆਪਕ ਜਾਣ ਲੈਂਦਾ। ਬ੍ਰਹਮ ਗਿਆਨੀ ਤੋਂ ਭਾਵ ਬ੍ਰਹਮ ਦਾ ਗਿਆਨ ਰੱਖਣ ਵਾਲਾ, ਜਿਸ ਨੂੰ ਸਤ ਚੇਤਨ ਆਨੰਦ ਸਰੂਪ ਪਰਮਾਤਮਾ ਦੀ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਜੋ ਬ੍ਰਹਮ ਦੇ ਵਿੱਚ ਹਰ ਸਮੇਂ ਲੀਨ ਹੋ ਕਰਕੇ ਰਹਿੰਦਾ ਹੈ, ਜੋ ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਪਾਪਾਂ ਪੁੰਨਾਂ ਤੋਂ ਨਿਰਲੇਪ ਹੋ ਕਰਕੇ ਰਹਿੰਦਾ। ਨਾ ਪਾਪ ਦਾ ਨਾ ਪੁੰਨ ਕਰਮ ਦਾ ਕਿਸੇ ਪ੍ਰਕਾਰ ਦਾ ਕੋਈ ਪ੍ਰਭਾਵ ਨਹੀਂ, ਕਿਸੇ ਤਰ੍ਹਾਂ ਦੀ ਲਪਾਏ ਮਾਨਤਾ ਨਹੀਂ। ਉਹ ਬ੍ਰਹਮ ਗਿਆਨੀ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਕੁਝ ਹਿਰਦੇ ਅੰਦਰ ਉਹ ਕੁਝ ਬਾਹਰ ਹੈ। ਇਹ ਬ੍ਰਹਮ ਗਿਆਨੀ ਦੀ ਸਾਧ ਸੰਗਤ ਜੀ ਜੋ ਅਵਸਥਾ ਹੈ, ਕਹਿਣੀ ਕਥਨੀ ਤੋਂ ਬਾਹਰ ਹੈ। ਜਿੰਨਾ ਕੋ ਕੋਈ ਸੰਸਾਰ ਦੇ ਅੰਦਰ ਸਰਵਣ ਕਰਦਾ ਹੈ, ਸੁਣਦਾ ਹੈ, ਪੜ੍ਹਦਾ, ਉਹਨਾਂ ਕੋ ਕਥਨ ਕਰੀ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਹਨ ਕਿ ਵਾਹਿਗੁਰੂ ਦੇ ਪਿਆਰੇ ਜੋ ਬ੍ਰਹਮ ਗਿਆਨੀ ਬ੍ਰਹਮ ਦਾ ਹੀ ਰੂਪ ਹੋ ਗਏ ਹੈ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਮਾਇਆ ਨੂੰ ਅਸਤ, ਜੜ ਅਤੇ ਦੁੱਖ ਰੂਪ ਕਰਕੇ ਜਾਣ ਲਿਆ ਹੈ, ਪਰਮੇਸ਼ਰ ਨੂੰ ਨਿਸ਼ਚੈ ਕਰਕੇ ਜਾਣਿਆ ਕਿ ਉਹ ਵਾਹਿਗੁਰੂ ਸਤ ਚੇਤਨ ਅਤੇ ਆਨੰਦ ਸਰੂਪ ਹੈ, ਮਾਇਆ ਅਸਤ, ਜੜ ਅਤੇ ਦੁੱਖ ਰੂਪ ਹੈ। ਤਿੰਨਾਂ ਨੇ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੇ ਵਿੱਚ ਲੀਨ ਹੋ ਕਰਕੇ, ਪਰਮੇਸ਼ਰ ਦਾ ਹੀ ਰੂਪ ਹੋ ਕਰਕੇ ਬ੍ਰਹਮ ਗਿਆਨੀ ਅਖਾਵਣਾ ਕੀਤਾ। ਸੰਸਾਰ ਦੇ ਅੰਦਰ ਮਨੁੱਖ ਜਿਹੋ ਜਿਹੇ ਢੰਗ ਦੇ ਨਾਲ ਜੀਵਨ ਨਿਰਵਾਹ ਕਰਦਾ, ਉਹੋ ਜਿਹੇ ਨਾਮ ਦੇ ਨਾਲ ਸੰਸਾਰ ਦੇ ਅੰਦਰ ਉਹ ਜੀਵ ਜਾਣਿਆ ਜਾਂਦਾ ਹੈ। ਤੇ ਜਿਹੋ ਜਿਹੀ ਜੀਵ ਦੀ ਅਵਸਥਾ ਬਣ ਜਾਂਦੀ, ਉਸੇ ਅਵਸਥਾ ਦੇ ਮੁਤਾਬਕ ਹੀ ਉਸ ਨੂੰ ਜਾਣਿਆ ਜਾਂਦਾ। ਗੁਰਸਿੱਖ ਹੈ, ਪਹਿਲਾਂ ਸਿੱਖ ਹੈ, ਗੁਰਸਿੱਖ ਹੈ, ਫਿਰ ਗੁਰਮੁਖ ਹੈ, ਇਉਂ ਸੰਤ ਹੈ, ਭਗਤ ਹੈ, ਸਾਧੂ ਹੈ, ਬ੍ਰਹਮ ਗਿਆਨੀ ਹੈ, ਗਿਆਨੀ ਪੁਰਖ ਹੈ। ਮਹਾਰਾਜ ਕਹਿੰਦੇ ਉਹਦੀ ਅਵਸਥਾ ਦੇ ਮੁਤਾਬਿਕ ਜਿਹੋ ਜਿਹੀ ਪ੍ਰਮਾਤਮਾ ਨੇ ਜੀਵ ਨੂੰ ਅਵਸਥਾ ਬਖਸ਼ਿਸ਼ ਕੀਤੀ ਹੈ, ਜੋ ਬ੍ਰਹਮ ਗਿਆਨੀ ਸਤ ਸੰਗਤ ਜੀ ਪੂਰਨ ਪਦ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਰੂਪ ਜਾਣੋ ਕਿ ਜੋ ਬ੍ਰਹਮ ਗਿਆਨੀ ਹੈ ਉਹ ਆਪ ਪਰਮੇਸ਼ਰ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਪਰਮਾਤਮਾ ਆਪ ਹੈ।
ਜਿਸ ਹਿਰਦੇ ਅੰਦਰ ਪ੍ਰਮਾਤਮਾ ਨੇ ਆਪਣੀ ਪ੍ਰਾਪਤੀ ਦੀ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਉਹ ਜਾਣੋ ਕਿ ਰੱਬ ਦਾ ਰੂਪ ਹੋ ਗਿਆ, ਉਹ ਜਾਣੋ ਕਿ ਪ੍ਰਮਾਤਮਾ ਹੀ ਹੈ। ਸੰਸਾਰ ਦੇ ਅੰਦਰ ਜਿਵੇਂ ਜੀਵਾਂ ਦਾ ਭਲਾ ਹੀ ਹਰ ਸਮੇਂ ਪ੍ਰਮਾਤਮਾ ਸੋਚਦਾ ਹੈ, ਸਭ ਦਾ ਭਲਾ ਕਰਦਾ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਵੀ ਸਭ ਦਾ ਭਲਾ ਸੋਚਦਾ ਹੈ, ਸਭ ਦੇ ਉੱਪਰ ਉਪਕਾਰ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਆ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਏਕਸ ਬਿਨ ਕੋਏ। ਇਹ ਮਹਾਰਾਜ ਸਾਹਿਬ ਜੀ ਨੇ ਗੁਣ ਕਥਨ ਕੀਤੇ ਹੈ। ਕਹਿੰਦੇ ਹਨ ਕਿ ਚਿੰਨ੍ਹ ਹਨ, ਇਹ ਨਿਸ਼ਾਨੀਆਂ ਨੇ ਬ੍ਰਹਮ ਗਿਆਨੀ ਦੀਆਂ। ਜਿਸ ਦੇ ਜੋ ਕੁਝ ਹਿਰਦੇ ਅੰਦਰ ਹੈ ਉਹ ਕੁਝ ਹੀ ਬਾਹਰ ਮੁਖ ਤੋਂ ਉਚਾਰਨ ਕਰਦਾ। ਨਹੀਂ ਤਾਂ ਸੰਸਾਰ ਦੇ ਅੰਦਰ ਜਿਹੜੇ ਭੇਖ ਧਾਰੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਂਦੇ ਆ, ਹਿਰਦੇ ਅੰਦਰ ਉਹਨਾਂ ਨੇ ਛਲ ਧਾਰਨ ਕੀਤਾ ਹੁੰਦਾ, ਅੰਦਰ ਕਪਟ ਧਾਰਨ ਕੀਤਾ, ਪਰ ਬਾਹਰੋਂ ਕਹਿਣਾ ਕਿ ਅਸੀਂ ਬ੍ਰਹਮ ਗਿਆਨੀ ਸੀ, ਬ੍ਰਹਮ ਗਿਆਨ ਦੀ ਅਵਸਥਾ ਵਾਲੇ ਹਾਂ। ਪਰ ਮਹਾਰਾਜ ਹਜੂਰ ਕਹਿੰਦੇ ਜੋ ਕੁਝ ਹਿਰਦੇ ਅੰਦਰ ਚੱਲਦਾ ਉਹ ਕੁਝ ਉਹਨਾਂ ਦੀ ਰਸਨਾ ਤੇ ਹੁੰਦਾ, ਜੋ ਕੁਝ ਮਨ ਵਿੱਚ ਹੈ ਉਹ ਕੁਝ ਉਹਨਾਂ ਦੇ ਤਨ ਦੇ ਵਿੱਚ ਹੈ। ਔਰ ਇਸੇ ਲਈ ਹੀ ਉਹ ਪ੍ਰਮਾਤਮਾ ਤੋਂ ਬਿਨਾਂ ਕੋਈ ਦੂਜੇ ਨੂੰ ਦੇਖਦੇ ਹੀ ਨਹੀਂ ਹਨ। ਜਿਸ ਹਿਰਦੇ ਅੰਦਰ ਛਲ ਹੈ, ਬਾਹਰੋਂ ਕਹਿੰਦਾ ਕਿ ਮੈਂ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਹਾਂ, ਉਹ ਹਰ ਘਟ ਦੇ ਅੰਦਰ ਪ੍ਰਮਾਤਮਾ ਦੇ ਸਰੂਪ ਨੂੰ ਕਦਾਚਿਤ ਵੀ ਦੇਖ ਨਹੀਂ ਸਕੇਗਾ, ਕਦੇ ਵੀ। ਜੀਵਨ ਪਰਯੰਤ ਭਾਵੇਂ ਜਿੰਨੇ ਮਰਜ਼ੀ ਦਾਅਵੇ ਕਰ ਕਰਕੇ ਦਿਖਾਈ ਜਾਵੇ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਝੂਠੇ ਦਾਅਵੇ ਕਰਨ ਵਾਲਾ, ਸੰਸਾਰ ਦੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲਾ, ਤਨ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਭੇਖ ਬਣਾਉਣ ਵਾਲਾ, ਉਹ ਕਦੇ ਵਾਹਿਗੁਰੂ ਦੇ ਸਰੂਪ ਨੂੰ ਹਰ ਘਟ ਦੇ ਅੰਦਰ ਪਹਿਚਾਣ ਨਹੀਂ ਸਕਦਾ। ਇਸ ਲਈ ਗਰੀਬ ਨਵਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਤਿੰਨਾਂ ਗੁਰਮੁਖ ਪਿਆਰੇ ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣਨਾ ਕੀਤਾ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਹਰ ਇੱਕ ਘਟ ਦੇ ਅੰਦਰ ਪ੍ਰਮਾਤਮਾ ਦੇ ਸਰੂਪ ਨੂੰ ਦੇਖਦੇ ਹਨ। ਕਿਹੜੀ ਸੰਸਾਰ ਦੇ ਅੰਦਰ ਜਗ੍ਹਾ ਹੈ, ਕਿਹੜੀ ਥਾਂ ਜਿੱਥੇ ਪ੍ਰਮਾਤਮਾ ਦਾ ਸਰੂਪ ਤਿੰਨਾਂ ਨੂੰ ਨਜ਼ਰ ਨਹੀਂ ਆਉਂਦਾ? ਹਰ ਘਟ ਦੇ ਅੰਦਰ ਸਭ ਥਾਵਾਂ ਤੇ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਬਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਉਹ ਪ੍ਰਭੂ ਤੋਂ ਬਿਨਾ, ਪਰਮੇਸ਼ਰ ਤੋਂ ਬਿਨਾ ਕਿਸੇ ਨੂੰ ਦੂਜੇ ਨੂੰ ਜਾਣਦੇ ਨਹੀਂ ਹਨ। ਸਭ ਥਾਵਾਂ ਤੇ ਵਾਹਿਗੁਰੂ ਨੂੰ ਸਰਬ ਵਿਆਪਕ ਨਿਸ਼ਚੈ ਕਰਕੇ ਜਾਣਦੇ ਐ। ਐਸਾ ਮਹਾਰਾਜ ਕਹਿੰਦੇ ਤਿੰਨਾਂ ਬ੍ਰਹਮ ਗਿਆਨੀ ਸਤਿਪੁਰਸ਼ਾਂ ਦਾ ਜੀਵਨ ਹੈ। ਸਭ ਘਟਾਂ ਵਿੱਚ ਉਹ ਵਿਚਾਰ ਗਿਆਨ ਰੂਪ ਨੇਤਰਾਂ ਦੇ ਨਾਲ ਹੀ ਸੰਸਾਰ ਨੂੰ ਦੇਖਦੇ ਐ, ਜਿਸ ਕਰਕੇ ਸਭ ਥਾਵਾਂ ਤੇ ਇੱਕ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਐ, ਇਹ ਲੱਛਣ ਹਨ ਬ੍ਰਹਮ ਗਿਆਨੀ ਦੇ। ਜਿਸ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਐਸੀ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕਰ ਦਿੱਤੀ ਹੈ, ਉਹ ਸਭ ਥਾਵਾਂ ਤੇ ਪ੍ਰਮਾਤਮਾ ਦੀ ਜਾਗਦੀ ਹੋਈ ਜੋਤ ਨੂੰ ਦੇਖਦਾ ਹੈ। ਜੋ ਕੁਝ ਹਿਰਦੇ ਅੰਦਰ ਉਹ ਕੁਝ ਬਾਹਰ ਹੈ। ਹਿਰਦੇ ਅੰਦਰ ਵੀ ਪ੍ਰਮਾਤਮਾ ਦਾ ਨਾਮ ਹੈ, ਮੁਖ ਤੋਂ ਵੀ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਉਚਾਰਨ ਕਰਦਾ ਹੈ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ। ਹਜੂਰ ਫਰਮਾਉਂਦੇ ਹਨ ਜੋ ਬ੍ਰਹਮ ਗਿਆਨੀ ਹੈ ਉਹ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ, ਕਮਲ ਦੀ ਤਰ੍ਹਾਂ। ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਮਹਾਰਾਜ ਕਹਿੰਦੇ ਕਮਲ ਜੇ ਪਾਣੀ ਵਿੱਚ ਹੁੰਦਾ ਹੋਇਆ ਵੀ ਨਿਰਲੇਪ ਰਹਿੰਦਾ, ਕਦੇ ਪੰਖੜੀਆਂ ਆਪਣੀਆਂ ਕਦੇ ਸਪਰਸ਼ ਹੋਣ ਹੀ ਨਹੀਂ ਦਿੰਦਾ। ਜਿਵੇਂ ਜਿਵੇਂ ਪਾਣੀ ਉੱਚਾ ਉੱਠਦਾ ਹੈ ਤਿਵੇਂ ਤਿਵੇਂ ਕਮਲ ਦਾ ਫੁੱਲ ਵੀ ਉੱਚਾ ਉੱਠਦਾ ਜਾਂਦਾ ਹੈ, ਨਿਰਲੇਪ ਰਹਿੰਦਾ ਹੈ। ਇਵੇਂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੀ ਅਵਸਥਾ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੀਵਨ ਪਰਯੰਤ ਪਾਪਾਂ ਪੁੰਨਾਂ ਤੋਂ ਨਿਰਲੇਪ ਹੋ ਕਰਕੇ ਰਹਿੰਦਾ, ਨਾ ਪਾਪ ਲੱਗਦਾ ਨਾ ਪੁੰਨ ਲੱਗਦਾ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ, ਸੰਸਾਰੀ ਜੀਵਾਂ ਦੇ ਅੰਦਰ ਸਭ ਥਾਵਾਂ ਤੇ ਵਿਚਰਦਿਆਂ ਹੋਇਆਂ ਵੀ ਮਹਾਰਾਜ ਕਹਿੰਦੇ ਉਹ ਨਿਰਲੇਪ ਰਹਿੰਦੇ ਹਨ। ਕਿਸੇ ਵਿੱਚ ਵੀ ਚਿੱਤ ਦੀ ਬਿਰਤੀ ਕਰਕੇ ਲੁਪਾਈ ਮਾਨਤਾ ਨਹੀਂ ਰਹਿੰਦੀ। ਚਿੱਤ ਦੀ ਬਿਰਤੀ ਕਰਕੇ ਪ੍ਰਮਾਤਮਾ ਦੇ ਵਿੱਚ ਹੀ ਸਮਾਏ ਰਹਿੰਦੇ ਹੈ।
ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਤੋਂ ਨਿਰਲੇਪ ਹਨ। ਜੈਸੇ ਜਲ ਮਹਿ ਕਮਲ ਅਲੇਪ। ਹਜੂਰ ਨੇ ਨਾਲ ਹੀ ਉਦਾਹਰਣ ਦੇ ਕਰਕੇ ਬਖਸ਼ਿਸ਼ ਕੀਤੀ ਹੈ। ਜਿਵੇਂ ਪਾਣੀ ਦੇ ਵਿੱਚ ਕਮਲ ਨਿਰਲੇਪ ਰਹਿੰਦਾ ਹੈ, ਤਿਵੇਂ ਪਦਾਰਥਾਂ ਰੂਪੀ ਪਾਣੀ ਜਿੰਨਾ ਮਰਜ਼ੀ ਪ੍ਰਾਪਤ ਹੋ ਜਾਵੇ, ਜਾਂ ਸੰਸਾਰ ਸਮੁੰਦਰ ਦੇ ਅੰਦਰ ਵਿਸ਼ਿਆਂ ਰੂਪੀ ਔਗਣਾ ਰੂਪੀ ਜਿੰਨਾ ਮਰਜ਼ੀ ਪਾਣੀ ਲੱਬਾ ਲੱਭ ਭਰਿਆ ਹੋਵੇ, ਸੰਸਾਰ ਦੇ ਜੀਵਾਂ ਰੂਪ ਪਾਣੀ ਜਿੰਨਾ ਮਰਜ਼ੀ ਲੱਬਾ ਲੱਭ ਭਰ ਜਾਵੇ, ਪਰ ਫਿਰ ਵੀ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਨਿਰਲੇਪ ਹੀ ਰਹਿਣਾ ਕਰਦਾ ਹੈ। ਤਿਨਾਂ ਦੇ ਵਿੱਚ ਕਦੇ ਵੀ ਚਿਰ ਦੀ ਬਿਰਕਤ ਕਰਕੇ ਸਮਾਉਂਦਾ ਨਹੀਂ ਹੈ। ਤਨ ਕਰਕੇ ਸੰਸਾਰ ਦੇ ਅੰਦਰ ਹੀ ਵਿਚਰਦੇ ਹੈ, ਪਰ ਮਨ ਕਰਕੇ ਉਹ ਪਰਮਾਤਮਾ ਦੇ ਵਿੱਚ ਹੀ ਸਮਾਏ ਰਹਿੰਦੇ ਹਨ। ਬ੍ਰਹਮ ਗਿਆਨੀ ਸਦਾ ਨਿਰਦੋਖ। ਫਿਰ ਜੋ ਬ੍ਰਹਮ ਗਿਆਨੀ ਹੈ, ਹਜੂਰ ਆਖ ਰਹੇ ਹੈ, ਸਦਾ ਹੀ ਦੋਖਾਂ ਤੋਂ ਰਹਿਤ ਹੈ, ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਉਹਨਾਂ ਦੇ ਵਿੱਚ ਹੁੰਦਾ। ਬ੍ਰਹਮ ਗਿਆਨ ਦੀ ਅਵਸਥਾ ਵਾਲੇ ਜੀਵ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ ਕਥਨ ਕੀਤਾ ਜਾ ਸਕਦਾ। ਭਾਵੇਂ ਸੰਸਾਰ ਦੇ ਅੰਦਰ ਜਿੰਨੇ ਵੀ ਤਮਾਮ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਜੀਵ ਹਨ, ਕਿਸੇ ਜੀਵ ਦੇ ਅੰਦਰ ਕਿਸੇ ਤਰ੍ਹਾਂ ਦਾ ਦੋਸ਼ ਹੈ, ਕਿਸੇ ਅੰਦਰ ਕਿਸੇ ਤਰ੍ਹਾਂ ਦਾ ਔਗਣ ਹੈ। ਜੇ ਪਰਮਾਤਮਾ ਨੇ ਸ਼ੁਭ ਗੁਣ ਜੀਵਾਂ ਦੇ ਅੰਦਰ ਪਾਏ, ਔਗਣ ਵੀ ਪਰਮਾਤਮਾ ਨੇ ਜੀਵਾਂ ਦੇ ਅੰਦਰ ਪਾਏ ਹਨ। ਇੱਕ ਪਰਮੇਸ਼ਰ ਹੈ ਜੋ ਔਗੁਣਾਂ ਤੋਂ ਰਹਿਤ ਹੈ, ਤੇ ਉਸ ਪਰਮਾਤਮਾ ਦਾ ਰੂਪ ਹੋਏ ਹੋਏ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਜੋ ਸਤਿਪੁਰਸ਼ ਹਨ, ਤਿਨਾਂ ਦੇ ਅੰਦਰ ਵੀ ਮਹਾਰਾਜ ਕਹਿੰਦੇ ਕੋਈ ਦੋਸ਼ ਕਥਨ ਨਹੀਂ ਕਰ ਸਕਦਾ। ਇਸ ਕਰਕੇ ਬ੍ਰਹਮ ਗਿਆਨੀ ਸਦਾ ਨਿਰਦੋਖ, ਸਦਾ ਵਾਸਤੇ ਮਹਾਰਾਜ ਕਹਿੰਦੇ ਸਦੀਵੀ ਕਾਲ ਲਈ ਉਹ ਦੋਸ਼ਾਂ ਤੋਂ ਰਹਿਤ ਹਨ। ਜੈਸੇ ਸੂਰ ਸਰਬ ਕਉ ਸੋਖ। ਨਾਲ ਹੀ ਮਹਾਰਾਜ ਸਾਹਿਬ ਜੀ ਨੇ ਉਦਾਹਰਣ ਦਿੱਤੀ ਹੈ, ਜਿਵੇਂ ਸੂਰਜ ਹੈ ਨਾ, ਕਿਰਨਾਂ ਦੇ ਨਾਲ ਪ੍ਰਤੀਬਿੰਬ ਦੇ ਨਾਲ ਸਭ ਥਾਵਾਂ ਤੇ ਪ੍ਰਕਾਸ਼ ਕਰਦਾ ਹੈ, ਤੇ ਸੂਰਜ ਨੂੰ ਕੋਈ ਦੋਸ਼ ਥੋੜਾ। ਭਾਵੇਂ ਸਾਫ਼ ਥਾਂ ਤੇ ਪ੍ਰਕਾਸ਼ ਕਰਦਾ, ਚਾਹੇ ਗੰਦਗੀ ਵਾਲੀ ਥਾਂ ਤੇ ਪ੍ਰਕਾਸ਼ ਕਰਦਾ, ਸਭ ਥਾਵਾਂ ਤੇ ਪ੍ਰਕਾਸ਼ ਕਰਦਾ ਹੈ, ਪਰ ਇਹਦੇ ਵਿੱਚ ਸੂਰਜ ਨੂੰ ਕੋਈ ਦੋਸ਼ ਨਹੀਂ, ਨਾ ਕੋਈ ਸੂਰਜ ਨੂੰ ਕੋਈ ਦਾਗ ਹੈ। ਉਹ ਪ੍ਰਕਾਸ਼ ਕਰੀ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਕੋਈ ਭਾਵੇਂ ਮਲੀੜ ਬੁੱਧੀ ਵਾਲਾ ਮੰਦਾ ਪੁਰਖ ਬ੍ਰਹਮ ਗਿਆਨੀ ਦੇ ਕੋਲ ਆ ਜਾਵੇ, ਚਾਹੇ ਚਿਰ ਦੀ ਬਿਰਤੀ ਸਾਫ਼ ਵਾਲਾ ਕੋਈ ਆ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਤਰ੍ਹਾਂ ਵੀ ਕੋਈ ਦੋਸ਼ ਨਹੀਂ ਕਥਨ ਕੀਤਾ ਜਾ ਸਕਦਾ। ਸਭ ਨੂੰ ਗਿਆਨ ਰੂਪੀ ਕਿਰਨਾਂ ਦੇ ਨਾਲ ਹਿਰਦੇ ਅੰਦਰ ਪ੍ਰਕਾਸ਼ ਕਰੀ ਜਾਂਦੇ ਹਨ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ। ਜਿਵੇਂ ਸੂਰਜ ਦਾ ਸੁਭਾਅ ਹੈ ਸਦ ਸੰਗਤ ਜੀ, ਤਪਸ਼ ਦੇ ਨਾਲ ਜਿਹੜੀ ਗਿੱਲਤ ਹੁੰਦੀ ਹੈ ਨਾ, ਕਿੱਲਤ ਪਾਣੀ, ਉਹਨੂੰ ਵੀ ਸੁੱਖ ਦਿੰਦਾ ਹੈ। ਇਹ ਮਹਾਰਾਜ ਕਹਿੰਦੇ ਹਨ ਜਿਹੜੀ ਪਾਪ ਕਰਮਾਂ ਦੀ ਕਿੱਲਤ ਬਣੀ ਹੋਈ ਹੈ ਨਾ ਜੀਵ ਦੇ ਹਿਰਦੇ ਅੰਦਰ, ਉਹ ਪਾਪ ਕਰਮਾਂ ਦੀ ਕਿੱਲਤ ਸੁੱਖ ਦਿੰਦਾ ਹੈ। ਐਸਾ ਗਿਆਨ ਦਾ ਪ੍ਰਤਾਪ ਵਾਲਾ ਮਹਾਰਾਜ ਕਹਿੰਦੇ ਐਸੀ ਬਖਸ਼ਿਸ਼ ਕਰਨ ਵਾਲੇ ਹਨ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਜਿਹੜੀ ਹੈ ਸਭ ਥਾਵਾਂ ਤੇ ਸਮਾਨ ਹੈ। ਸਮ ਦ੍ਰਿਸ਼ਟੀ ਦੇ ਨਾਲ ਉਹ ਸੰਸਾਰ ਨੂੰ ਦੇਖਦੇ ਹਨ। ਹਰ ਇੱਕ ਘਟ ਦੇ ਅੰਦਰ ਪ੍ਰਮਾਤਮਾ ਨੂੰ ਦੇਖਣ ਲਈ ਸਮ ਦ੍ਰਿਸ਼ਟੀ ਚਾਹੀਦੀ ਹੈ, ਕਿਉਂਕਿ ਜਦੋਂ ਤੱਕ ਮਨੁੱਖ ਇੱਕੋ ਜਿਹੀ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਦੇਖਦਾ ਨਹੀਂ, ਉਦੋਂ ਤੱਕ ਇੱਕ ਪ੍ਰਮਾਤਮਾ ਦਾ ਸਰੂਪ ਨਹੀਂ ਸੰਸਾਰ ਦੇ ਵਿੱਚ ਨਜ਼ਰ ਆਉਂਦਾ। ਜਦੋਂ ਤੱਕ ਦੁਬਿਧਾ ਪਈ ਰਹਿੰਦੀ ਹੈ, ਜਦੋਂ ਤੱਕ ਧੁੰਦਵਾਦ ਵਿੱਚ ਇਹ ਜੀਵ ਗ੍ਰਸਿਆ ਰਹਿੰਦਾ, ਉਦੋਂ ਤੱਕ ਸੰਸਾਰ ਨੂੰ ਭਿੰਨ ਭਿੰਨ ਕਥਨ ਕਰਦਾ ਹੈ, ਵੱਖਰਾ ਵੱਖਰਾ ਕਥਨ ਕਰਦਾ ਰਹਿੰਦਾ ਹੈ। ਉਦੋਂ ਤੱਕ ਕੋਈ ਭਲਾ, ਕੋਈ ਮੰਦਾ, ਕੋਈ ਚੋਰ, ਕੋਈ ਸਾਧ, ਇਉਂ ਸੰਸਾਰ ਦੇ ਅੰਦਰ ਗੁਣਾਂ ਵਾਲਾ ਔਗਣਹਾਰਾ, ਇਹ ਸੰਸਾਰ ਦੇ ਅੰਦਰ ਸਭ ਵੱਖੋ ਵੱਖਰਾ ਹੀ ਨਜ਼ਰ ਆਉਂਦਾ ਰਹਿੰਦਾ। ਜਦੋਂ ਤੱਕ ਇਹ ਦਵੇਸ਼ ਦ੍ਰਿਸ਼ਟੀ ਦੇ ਨਾਲ ਦੇਖਦਾ, ਪਰ ਦੁਬਿਧਾ ਮਿਟਾ ਕੇ ਸਮ ਦ੍ਰਿਸ਼ਟੀ ਦੇ ਨਾਲ ਦੇਖੇ ਫਿਰ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਮਨੁੱਖ ਦੀ ਜਿੱਦਾਂ ਦੀ ਦੇਖਣੀ ਹੈ ਨਾ ਦ੍ਰਿਸ਼ਟੀ ਹੈ, ਉਦਾਂ ਦਾ ਹੀ ਸੰਸਾਰ ਜੀਵ ਨੂੰ ਨਜ਼ਰ ਆਉਂਦਾ। ਲੋਭੀ ਬੰਦੇ ਨੂੰ ਲੱਗਦਾ ਕਿ ਸਾਰੇ ਲੋਭੀ ਹੈ, ਫਿਰ ਹੰਕਾਰੀ ਨੂੰ ਜਾਪਦਾ ਕਿ ਸਾਰਾ ਸੰਸਾਰ ਹੀ ਹੰਕਾਰੀ ਹੈ, ਰੋਗੀ ਨੂੰ ਲੱਗਦਾ ਕਿ ਸਾਰਾ ਸੰਸਾਰ ਹੀ ਰੋਗੀ ਹੈ, ਸੁਖੀ ਬੰਦੇ ਨੂੰ ਪ੍ਰਤੀਤ ਹੁੰਦਾ ਕਿ ਸਾਰਾ ਜੱਗ ਹੀ ਸੁਖੀ ਹੈ। ਪਰ ਮਹਾਰਾਜ ਕਹਿੰਦੇ ਅੱਖਾਂ ਦਾ ਧੋਖਾ ਹੈ, ਭਰਮ ਪਿਆ ਹੋਇਆ ਸੰਸਾਰ ਦੇ ਅੰਦਰ, ਜੀਵਾਂ ਦੇ ਨੇਤਰਾਂ ਦੇ ਵਿੱਚ ਭਰਮ ਰੂਪੀ ਫੋਲੇ ਪਏ ਹੋਏ ਹੈ।
ਇਸੇ ਕਰਕੇ ਸੰਸਾਰ ਨੂੰ ਭਿੰਨ ਕਥਨ ਕਰਦਾ ਹੈ, ਵੱਖੋ ਵੱਖਰਾ ਇਹ ਸੰਸਾਰ ਨੂੰ ਕਥਨ ਕਰੀ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਹਨ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਜਿਹੜੀ ਹੈ ਨਾ ਸਮਾਨ ਹੈ, ਸਮ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਦੇਖਣਾ ਕਰਦਾ ਹੈ। ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ। ਇਹ ਮਹਾਰਾਜ ਕਿਵੇਂ ਸਮ ਦ੍ਰਿਸ਼ਟੀ ਹੈ? ਸਤਿਗੁਰੂ ਜੀ ਨੇ ਬੜੀ ਸੋਹਣੀ ਉਦਾਹਰਣ ਦਿੱਤੀ। ਕਹਿੰਦੇ ਜਿਵੇਂ ਪਵਾਨ ਪੌਣ ਹੈ ਨਾ, ਹਵਾ ਹੈ, ਉਹ ਰਾਜੇ ਨੂੰ ਵੀ, ਕੰਗਾਲ ਨੂੰ ਵੀ, ਪ੍ਰਜਾ ਨੂੰ, ਸਭ ਨੂੰ ਸਮਾਨ ਲੱਗਣਾ ਕਰਦੀ ਹੈ। ਇਹ ਨਹੀਂ ਕਿ ਰਾਜੇ ਵਾਸਤੇ ਕੋਈ ਸਪੈਸ਼ਲ ਹਵਾ ਹੁੰਦੀ ਹੈ ਤੇ ਪ੍ਰਜਾ ਦੇ ਵਾਸਤੇ ਸਪੈਸ਼ਲ ਕੋਈ ਹੋਰ ਹੈ, ਜਾਂ ਜਿਹੜੇ ਕੰਗਾਲ ਹਨ ਉਹਨਾਂ ਵਾਸਤੇ ਕੋਈ ਹੋਰ ਹਵਾ ਨਹੀਂ। ਹਵਾ ਜੋ ਤੱਤ ਹੈ ਇਹ ਪਰਮਾਤਮਾ ਦਾ ਪੈਦਾ ਕੀਤਾ ਹੋਇਆ, ਸਭ ਦੇ ਵਾਸਤੇ ਸਾਂਝਾ ਹੈ, ਸਭ ਦੇ ਵਾਸਤੇ ਸਾਂਝਾ। ਇਸ ਕਰਕੇ ਮਹਾਰਾਜ ਕਹਿੰਦੇ ਇਉ ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ। ਤੁਲ ਕਹਿੰਦੇ ਨੇ ਸਮਾਨ, ਇੱਕੋ ਜਿਹੀ, ਇੱਕੋ ਜਿਹੀ ਜਿਵੇਂ ਹਵਾ ਹੈ ਤਿਵੇਂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ। ਭਾਵੇਂ ਕੋਈ ਕੰਗਾਲ ਹੈ, ਚਾਹੇ ਧਨ ਵਾਲਾ ਹੈ, ਰਾਜਾ ਹੈ, ਚਾਹੇ ਪ੍ਰਜਾ ਹੈ, ਗੁਣਵਾਨ ਹੈ, ਚਾਹੇ ਔਗਣਹਾਰਾ ਹੈ, ਪਾਪੀ ਹੈ, ਚਾਹੇ ਪੁੰਨੀ ਹੈ, ਚੋਰ ਹੈ, ਚਾਹੇ ਸਾਧ ਹੈ, ਕਿਸੇ ਵੀ ਤਰ੍ਹਾਂ ਦੇ ਸੁਭਾਅ ਦਾ ਕੋਈ ਜੀਵ ਹੋਵੇ, ਤਮੋ ਗੁਣੀ ਹੈ, ਚਾਹੇ ਰਜੋ ਗੁਣੀ, ਚਾਹੇ ਫਿਰ ਸਤੋ ਗੁਣੀ ਹੈ, ਜਾਂ ਫਿਰ ਵਾਹਿਗੁਰੂ ਦੇ ਸਰੂਪ ਦੇ ਵਿਚਾਰ ਕਰਨ ਵਾਲਾ ਹੈ, ਸਭ ਨੂੰ ਸਮਾਨ ਦ੍ਰਿਸ਼ਟੀ ਦੇ ਨਾਲ ਦੇਖਣਾ, ਇਹ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੀ ਅਵਸਥਾ ਹੈ। ਸਮ ਦ੍ਰਿਸ਼ਟੀ ਦੇ ਨਾਲ ਸਭ ਨੂੰ ਦੇਖਣਾ ਕਰਦਾ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ। ਹਜੂਰ ਉਚਾਰਨ ਕਰ ਰਹੇ ਹੈ ਕਿ ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਜਿਹੜੀ ਧੀਰਜਤਾ ਬਣੀ ਰਹਿੰਦੀ ਹੈ, ਇੱਕ ਪਰਮਾਤਮਾ ਦੇ ਸਰੂਪ ਦਾ ਹੀ ਆਸਰਾ ਹੁੰਦਾ ਔਰ ਹਿਰਦੇ ਅੰਦਰ ਹਰ ਸਮੇਂ ਧੀਰਜਤਾ ਬਣੀ ਰਹਿੰਦੀ ਹੈ। ਮਨ ਕਰਕੇ ਕਦੇ ਵੀ ਕਾਹਲੀ ਨਹੀਂ ਪੈਣਾ ਕਰਦੇ। ਬ੍ਰਹਮ ਗਿਆਨ ਦੀ ਅਵਸਥਾ ਵਾਲੇ ਪੁਰਖ ਹਨ, ਉਹਨਾਂ ਦੇ ਹਿਰਦੇ ਅੰਦਰ ਕਦੇ ਵੀ ਕਾਲਾਪਨ ਨਹੀਂ ਆਉਂਦਾ, ਕਦੇ ਗੁੱਸੇ ਵਿੱਚ, ਕਦੇ ਕ੍ਰੋਧ ਦੇ ਵਿੱਚ ਨਹੀਂ ਆਵਣਾ ਕਰਦੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਸਮ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਤੱਕਦੇ ਹੈ, ਫਿਰ ਹਿਰਦੇ ਕਰਕੇ ਅਡੋਲ ਧੀਰਜਤਾ ਬਣੀ ਰਹਿੰਦੀ ਹੈ। ਜਿਉ ਬਸਦਾ ਕੋ ਖੋਦਾ ਕੋ ਚੰਦਨ ਲੇਪ। ਕਿਵੇਂ ਦੀ ਧੀਰਜਤਾ ਹੈ? ਧਰਤੀ ਵਰਗੀ। ਧਰਤੀ ਵਰਗਾ ਕੌਣ ਹੈ ਸੰਸਾਰ ਦੇ ਅੰਦਰ ਧੀਰਜਵਾਨ? ਕਿਉਂਕਿ ਧਰਤੀ ਉੱਪਰ ਕਿੰਨਾ ਕਿੰਨਾ ਭਾਰ ਹੈ, ਫਿਰ ਵੀ ਸਾਧ ਸੰਗਤ ਜੀ ਧੀਰਜਤਾ ਧਾਰਨ ਕੀਤੀ ਹੈ। ਜੇ ਧਰਤੀ ਦੇ ਉੱਪਰ ਕੋਈ ਖੋਦੀ ਜਾਵੇ, ਟੋਏ ਪੁੱਟੀ ਜਾਵੇ, ਉਹਦੇ ਉੱਪਰ ਧਰਤੀ ਨੂੰ ਗਿਲਾ ਨਹੀਂ, ਕੋਈ ਲੇਪਨ ਕਰੀ ਜਾਵੇ ਉਹਦੇ ਉੱਪਰ ਖੁਸ਼ੀ ਨਹੀਂ ਹੈ, ਸਮਾਨ ਹੈ। ਇੰਨੀ ਜ਼ਿਆਦਾ ਧਰਤੀ ਨੇ ਧੀਰਜਤਾ ਧਾਰਨ ਕਰਕੇ ਰੱਖੀ ਹੈ। ਇਹ ਮਹਾਰਾਜ ਕਹਿੰਦੇ ਧਰਤੀ ਦੀ ਤਰ੍ਹਾਂ ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਵੱਡੀ ਧੀਰਜਤਾ ਹੈ। ਇਹਦੇ ਸਮਾਨ ਕੋਈ ਮਹਾਰਾਜ ਕਹਿੰਦੇ ਧੀਰਜਵਾਨ ਕੌਣ ਹੈ ਜਿਹੜਾ ਸੰਸਾਰ ਦੇ ਅੰਦਰ ਹੋਰ ਕੋਈ ਇਹਨਾਂ ਦੇ ਬਰਾਬਰ ਹੋ ਸਕੇ? ਕੋਈ ਨਹੀਂ ਹੈ। ਲੇਪਨ ਕਰਨ ਦੀ ਤਰ੍ਹਾਂ ਭਾਵੇਂ ਕੋਈ ਉਸਤਤ ਕਰੀ ਜਾਵੇ, ਉਹਨਾਂ ਨੂੰ ਮਹਾਰਾਜ ਕਹਿੰਦੇ ਕੋਈ ਉਹ ਵਰ ਨਹੀਂ ਦੇਣਾ ਕਰਦੇ। ਤੇ ਜੇਕਰ ਧਰਤੀ ਪੁੱਟਣ ਦੀ ਤਰ੍ਹਾਂ, ਖੋਦਣ ਦੀ ਤਰ੍ਹਾਂ ਕੋਈ ਨਿੰਦਿਆ ਕਰੀ ਜਾਵੇ, ਉਹਨਾਂ ਨੂੰ ਸਰਾਪ ਵੀ ਨਹੀਂ ਦਿੰਦੇ, ਕਿਉਂਕਿ ਸਰਾਪ ਉਸ ਨੂੰ ਦੇਣ ਉਹਦਾ ਮਾੜਾ ਸੋਚਣ ਜੇ ਕੋਈ ਦੂਜਾ ਅੱਗੇ ਨਜ਼ਰ ਆ ਰਿਹਾ ਹੋਵੇ। ਇੱਕ ਪਰਮਾਤਮਾ ਹੀ ਦਿਸਦਾ ਹੈ, ਇੱਕ ਵਾਹਿਗੁਰੂ ਦੀ ਜਾਗਦੀ ਹੋਈ ਜੋਤ ਹੀ ਦਿਸਦੀ ਕਿ ਇਹ ਤਾਂ ਮੇਰਾ ਆਪਣਾ ਹੀ ਸਰੂਪ ਹੈ। ਇਸੇ ਕਰਕੇ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ ਕਿ ਧਰਤੀ ਦੀ ਤਰ੍ਹਾਂ ਧੀਰਜਤਾ ਨੂੰ ਧਾਰਨ ਕਰਕੇ ਰੱਖਣ ਵਾਲੇ ਹਨ। ਬ੍ਰਹਮ ਗਿਆਨੀ ਕਾ ਇਹ ਗੁਨਾਓ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਇਹ ਬ੍ਰਹਮ ਗਿਆਨੀ ਦਾ ਗੁਨਾਓ ਵੱਡਾ ਗੁਣ ਹੈ। ਇਹ ਜੋ ਕਥਨ ਕੀਤੇ ਹੈ ਨਾ, ਇਹ ਬ੍ਰਹਮ ਗਿਆਨੀ ਦੀ, ਬ੍ਰਹਮ ਗਿਆਨ ਦੀ ਅਵਸਥਾ ਵਾਲੇ ਸਤਿਪੁਰਸ਼ਾਂ ਗੁਰਮੁਖ ਜਨਾਂ ਦੀ ਇਹ ਗੁਣ ਹਨ। ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ। ਜਿਵੇਂ ਪਾਵਕ ਅੱਗ ਦਾ ਸੁਭਾਅ ਹੁੰਦਾ ਹੈ ਨਾ, ਹਨੇਰੇ ਵਿੱਚ ਪ੍ਰਕਾਸ਼ ਕਰਦੀ ਹੈ, ਸਰਦੀ ਦੇ ਵਿੱਚ ਜੋ ਠੰਡ ਰੁੱਤ ਤੋਂ ਜੀਵ ਨੂੰ ਅਭਾਵ ਕਰ ਦਿੰਦੀ ਹੈ, ਭਾਵ ਬਚਾ ਲੈਂਦੀ ਹੈ ਗਰਮੀ ਗਰਮੈਸ਼ ਦੇ ਕਰਕੇ। ਇਸੇ ਤਰ੍ਹਾਂ ਜੀਵ ਦੇ ਜਿਹੜੇ ਕੀਤੇ ਹੋਏ ਪਾਪ ਕਰਮ ਹੈ ਨਾ, ਪਾਪ ਕਰਮਾਂ ਰੂਪੀ ਠੰਡਕ ਹੈ, ਉਹਨੂੰ ਮਿਟਾ ਦਿੰਦੀ ਹੈ। ਐਸੀ ਬ੍ਰਹਮ ਗਿਆਨ ਦੀ ਅਵਸਥਾ ਹੈ। ਕੋਈ ਪਾਪੀ ਵੀ ਆ ਜਾਵੇ ਨਾ, ਉਹਦਾ ਵੀ ਉਧਾਰ ਕਰ ਦਿੰਦੇ ਹਨ। ਜ਼ਿੰਦਗੀ ਭਰ ਭਾਵੇਂ ਪਾਪ ਕਰਮ ਕਰਦਾ ਰਹੇ, ਜੇ
ਜੀਵਨ ਦੇ ਅੰਤਲੇ ਸਵਾਸਾਂ ਵਿੱਚ ਵੀ ਬ੍ਰਹਮ ਗਿਆਨੀ ਦੀ ਸੰਗਤ ਮਿਲ ਜਾਵੇ, ਸ਼ਰਨ ਧਾਰਨ ਕਰ ਲਵੇ ਨਿਮਰਤਾਵਾਨ ਹੋ ਕੇ, ਤੇ ਮਹਾਰਾਜ ਕਹਿੰਦੇ ਉਹ ਪਾਪੀ ਦਾ ਵੀ ਉਧਾਰ ਕਰ ਦਿੰਦੇ ਹਨ। ਕੀਤੇ ਹੋਏ ਪਾਪ ਕਰਮ ਜਿਹੜੇ ਹਨ, ਜਿਨ੍ਹਾਂ ਕਰਕੇ ਬਾਰ-ਬਾਰ ਜੀਵ ਕੰਬਦਾ ਕਿ ਹੁਣ ਯਮਾਂ ਨੇ ਮੈਨੂੰ ਸਜ਼ਾਵਾਂ ਦੇਣੀਆਂ, ਜਿਵੇਂ ਠੰਡ ਦੇ ਨਾਲ ਕੰਬਦਾ ਹੈ, ਅੱਗ ਦੇ ਕੋਲ ਜਾਣ ਤੇ ਗਰਮੈਸ਼ ਮਿਲਦੀ ਤੇ ਬੜਾ ਉਸ ਨੂੰ ਸੁੱਖ ਮਿਲਦਾ ਹੈ, ਇਸੇ ਤਰ੍ਹਾਂ ਮਹਾਰਾਜ ਹਜ਼ੂਰ ਕਹਿੰਦੇ ਹਨ ਭਾਉ ਭਗਤੀ ਦੀ ਧਾਰ ਦੇ ਕਰਕੇ ਬੰਦਗੀ ਕਰਨ ਵਾਲੇ ਜੋ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਸਤਿਪੁਰਸ਼ ਹਨ, ਉਹ ਗੁਰਮੁਖ ਪਿਆਰੇ ਮਹਾਰਾਜ ਕਹਿੰਦੇ ਪਾਪੀਆਂ ਦਾ ਵੀ ਉਧਾਰ ਕਰ ਦਿੰਦੇ ਆ, ਪਾਪ ਕਰਮਾਂ ਦੀ ਠੰਡ ਤੋਂ ਬਚਾ ਦਿੰਦੇ ਹਨ। ਭਗਤੀ ਰੂਪ ਗੁਰਮੈਸ਼ ਦੇ ਕਰਕੇ ਤੇ ਇਹਨਾਂ ਨੂੰ ਹਿਰਦੇ ਦਾ ਸੁਖ ਬਖਸ਼ਿਸ਼ ਕਰ ਦਿੰਦੇ ਆ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ। ਹਜੂਰ ਕਹਿੰਦੇ ਜੋ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਪੁਰਖ ਹੈ, ਉਹ ਉਜਲਾਂ ਤੋਂ ਵੀ ਉਜਲ ਹੈ, ਮਨ ਕਰਕੇ ਵੀ ਉਜਲ ਹੈ, ਤਨ ਕਰਕੇ ਵੀ ਨਿਰਮਲ ਹੈ। ਇਸ ਪ੍ਰਕਾਰ ਸੰਸਾਰ ਦੇ ਅੰਦਰ ਭਾਵੇਂ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਕਿ ਮੈਂ ਉਜਲ ਹਾਂ, ਬੜਾ ਕੱਪੜਾ ਵੀ ਉਜਲ ਮੰਨਿਆ ਜਾਂਦਾ ਹੈ, ਪ੍ਰਕਾਸ਼ ਨੂੰ ਵੀ ਉਜਲ ਕਿਹਾ ਜਾਂਦਾ ਹੈ, ਸੂਰਜ ਦਾ ਪ੍ਰਕਾਸ਼ ਨੂੰ ਵੀ ਉਜਲ ਕਿਹਾ ਜਾਂਦਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਸਭ ਤੋਂ ਉਜਲ ਤੇ ਨਿਰਮਲ ਸਰੂਪ ਬ੍ਰਹਮ ਗਿਆਨੀ ਦਾ ਹੈ, ਜਿਹਦੇ ਸਮਾਨ ਕੋਈ ਨਿਰਮਲਤਾਈ ਸੰਸਾਰ ਦੇ ਅੰਦਰ ਹੋਰ ਕਿਸੇ ਵਿੱਚ ਨਹੀਂ ਹੈ। ਜੈਸੇ ਮੈਲ ਨਾ ਲਾਗੈ ਜਲਾ। ਜਿਵੇਂ ਮਹਾਰਾਜ ਕਹਿੰਦੇ ਹਨ ਪਾਣੀ ਨੂੰ ਮੈਲ ਨਹੀਂ ਨਾ ਲੱਗਦੀ, ਕਿਉਂਕਿ ਪਾਣੀ ਦਾ ਸੁਭਾਅ ਹੈ, ਪਾਣੀ ਦਾ ਗੁਣ ਹੈ ਦੂਜਿਆਂ ਦੀ ਮੈਲ ਨੂੰ ਧੋਣਾ ਤੇ ਆਪ ਫਿਰ ਸਾਫ਼ ਦਾ ਸਾਫ਼ ਰਹਿਣਾ। ਇਹ ਮਹਾਰਾਜ ਕਹਿੰਦੇ ਕੋਈ ਪਾਪੀ ਵੀ ਆ ਜਾਵੇ ਨਾ, ਉਹਨਾਂ ਦੇ ਹਿਰਦੇ ਦੀ ਮੈਲ ਧੋ ਦਿੰਦੇ ਹੈ। ਇਹ ਐਸਾ ਹੀ ਬ੍ਰਹਮ ਗਿਆਨੀਆਂ ਦਾ ਵੱਡਾ ਇਹ ਪਰਮ ਗੁਣ ਹੈ, ਜਿਹੜੇ ਪਾਪ ਕਰਮ ਕਰਦੇ ਉਹਨਾਂ ਦੇ ਹਿਰਦੇ ਦੀ ਮੈਲ ਨੂੰ ਧੋ ਦਿੰਦੇ ਆ, ਆਪ ਫਿਰ ਨਿਰਮਲ ਰਹਿੰਦੇ ਹਨ, ਹਿਰਦੇ ਦੀ ਉਜਲਤਾ ਬਣੀ ਰਹਿੰਦੀ ਹੈ। ਨਹੀਂ ਤੇ ਦੂਜਿਆਂ ਨੂੰ ਸਾਧ ਸੰਗਤ ਜੀ ਉਪਦੇਸ਼ ਦੇ ਕਰਕੇ ਜੇ ਆਪ ਕੋ ਕਮਾਈ ਨਾ ਕਰੇ ਤੇ ਆਪਣੀ ਬੰਦਗੀ ਜਿਹੜੀ ਕੀਤੀ ਹੋਈ ਕਮਾਈ ਚਲੀ ਜਾਂਦੀ, ਆਪ ਫਿਰ ਜੀਵ ਬੁਰੇ ਕਰਮ ਕਰਨ ਲੱਗ ਪੈਂਦਾ ਹੈ। ਜੇ ਆਪ ਨੇ ਜੀਵਨ ਦੇ ਵਿੱਚ ਸ਼ਬਦ ਦਾ ਅਭਿਆਸ ਕਰਦਾ ਤੇ ਜਿਵੇਂ ਸਮੁੰਦਰ ਹੈ, ਸਮੁੰਦਰ ਦੇ ਵਿੱਚੋਂ ਕੋਈ ਪਾਣੀ ਕੱਢ ਲਵੇ, ਕੋਈ ਵਿੱਚ ਪਾ ਦੇਵੇ, ਕੋਈ ਫਰਕ ਨਹੀਂ ਪੈਂਦਾ, ਇਕਸਾਰ ਰਹਿੰਦਾ ਹੈ, ਨਾ ਤਪਦਾ ਹੈ ਤੇ ਨਾ ਠੰਡਾ ਰਹਿੰਦਾ, ਇਕਸਾਰ ਰਹਿੰਦਾ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਦਾ ਜੀਵਨ ਹੈ ਸਦਾ ਹੀ ਉਜਦ ਰਹਿੰਦਾ ਹੈ, ਤਨ ਕਰਕੇ ਵੀ ਅਤੇ ਮਨ ਕਰਕੇ ਵੀ। ਮਹਾਰਾਜ ਕਹਿੰਦੇ ਜੈਸੇ ਜਲ ਤੇ ਜਿਵੇਂ ਪਾਣੀ ਦਾ ਸੁਭਾਅ ਹੈ ਨਾ ਕਿ ਦੂਜਿਆਂ ਦੀ ਮੈਲ ਨੂੰ ਲਾਹ ਕਰਕੇ ਵੀ ਉਜਲ ਰਹਿਣਾ, ਇਹ ਵੀ ਬ੍ਰਹਮ ਗਿਆਨੀ ਦਾ ਗੁਣ ਹੈ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ। ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਹਰ ਸਮੇਂ ਪ੍ਰਕਾਸ਼ ਰਹਿੰਦਾ ਹੈ, ਹਰ ਸਮੇਂ ਗਿਆਨ ਰੂਪੀ ਸੂਰਜ ਚੜ੍ਹਿਆ ਰਹਿੰਦਾ, ਕਦੇ ਅਵਿਦਿਆ ਰੂਪ ਰਹਿਣ ਆਉਂਦੀ ਹੀ ਨਹੀਂ ਹੈ। ਅਗਿਆਨ ਦਾ ਹਨੇਰਾ ਕਦਾਚਿਤ ਵੀ ਛਾਂਵਦਾ ਨਹੀਂ ਹੈ ਬ੍ਰਹਮ ਗਿਆਨੀ ਦੇ ਹਿਰਦੇ ਅੰਦਰ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਆ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ। ਕਿਵੇਂ ਹਿਰਦੇ ਅੰਦਰ ਪ੍ਰਕਾਸ਼ ਹੁੰਦਾ? ਜਿਵੇਂ ਮਹਾਰਾਜ ਕਹਿੰਦੇ ਸੂਰਜ ਚੜ੍ਹਨ ਤੇ ਪ੍ਰਕਾਸ਼ ਰਹਿੰਦਾ, ਸਭ ਥਾਵਾਂ ਤੇ ਸਭ ਕੁਝ ਨਜ਼ਰ ਆਉਣ ਲੱਗ ਪੈਂਦਾ, ਇਵੇਂ ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਪ੍ਰਕਾਸ਼ ਹਰ ਸਮੇਂ ਬਰਕਰਾਰ ਰਹਿਣਾ ਕਰਦਾ, ਕਦੇ ਅੰਧਤਾਈ ਕਰਕੇ ਮਿਟਦਾ ਨਹੀਂ, ਕਦੇ ਨਾ ਤਾਂ ਅਵਿਦਿਆ ਰੂਪ ਰਹਿਣ ਆਉਂਦੀ, ਨਾ ਅਗਿਆਨ ਦਾ ਹਨੇਰਾ ਉਹਨਾਂ ਦੇ ਹਿਰਦੇ ਵਿੱਚ ਆਵੰਦਾ ਹੈ। ਜੈਸੇ ਧਰ ਉਪਰ ਆਕਾਸ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜਿਵੇਂ ਧਰਤੀ ਤੇ ਅਤੇ ਆਕਾਸ਼ ਹੈ, ਸਭ ਥਾਵਾਂ ਤੇ ਪ੍ਰਮਾਤਮਾ ਵਿਆਪਕ ਹੈ, ਇਵੇਂ ਉਹਨਾਂ ਦੇ ਹਿਰਦੇ ਅੰਦਰ ਤਨ ਤੋਂ ਬਾਹਰ ਵੀ, ਤਨ ਦੇ ਅੰਦਰ ਵੀ, ਮਨ ਦੇ ਵਿੱਚ ਵੀ, ਜਿੱਥੇ ਵੀ ਦੇਖੋ ਪ੍ਰਮਾਤਮਾ ਹੀ ਪ੍ਰਮਾਤਮਾ ਹੈ। ਆਕਾਸ਼ ਗਗਨ ਪਾਤਾਲ ਗਗਨ ਹੈ, ਚਾਹੋਂ ਤਿਸ ਗਗਨ ਰਹਾਏ ਲੈ। ਮਹਾਰਾਜ ਕਹਿੰਦੇ ਜਿਵੇਂ ਆਕਾਸ਼ ਹੈ ਨਾ ਸਭ ਥਾਵਾਂ ਤੇ ਵਿਆਪਕ ਹੈ, ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਈਏ ਉੱਥੇ ਆਕਾਸ਼ ਨਜ਼ਰ ਆਉਂਦਾ, ਤਿਵੇਂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਵੀ ਪ੍ਰਮਾਤਮਾ ਹੈ, ਬਾਹਰ ਵੀ ਪ੍ਰਮਾਤਮਾ ਹੈ, ਸਭ ਥਾਵਾਂ ਤੇ ਉਹ ਬ੍ਰਹਮ ਸਰੂਪ ਹੀ ਦੇਖਣਾ ਕਰਦਾ ਹੈ। ਐਸੀ ਮਹਾਰਾਜ ਕਹਿੰਦੇ ਉੱਚੀ ਅਵਸਥਾ ਹੈ। ਜੈਸੇ ਧਰ ਉਪਰ ਆਕਾਸ਼, ਜਿਵੇਂ ਧਰਤੀ ਹੈ ਚਾਹੇ ਆਕਾਸ਼ ਹੈ, ਸਭ ਥਾਵਾਂ ਤੇ ਪ੍ਰਕਾਸ਼ ਹੈ, ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਹੈ। ਇਉਂ ਹੀ ਮਹਾਰਾਜ ਕਹਿੰਦੇ ਉਸ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਗੁਰਮੁਖ ਦੇ ਹਿਰਦੇ ਅੰਦਰ
ਭਾਵੇਂ ਹਿਰਦੇ ਦੇ ਅੰਦਰ ਕਰਕੇ ਜਾਣਦਾ, ਚਾਹੇ ਹਿਰਦੇ ਤੋਂ ਬਾਹਰ ਤਨ ਕਰਕੇ, ਜਾਂ ਹੋਰ ਸੰਸਾਰ ਦੇ ਜੀਵਾਂ ਵੀ ਸਰਬ ਵਿਆਪਕ ਇੱਕ ਪਰਮੇਸ਼ਰ ਦਾ ਪ੍ਰਕਾਸ਼ ਹੀ ਦੇਖਦਾ ਹੈ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ। ਹਜੂਰ ਕਹਿੰਦੇ ਹਨ ਕਿ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਵਿੱਚ ਮਿੱਤਰ ਵੀ ਅਤੇ ਸ਼ਤਰੂ ਦੁਸ਼ਮਣ ਇੱਕ ਸਮਾਨ ਹਨ। ਭਾਵੇਂ ਕੋਈ ਮਿੱਤਰਤਾ ਭਾਵਨਾ ਬਣਾ ਕੇ ਆ ਜਾਵੇ, ਚਾਹੇ ਕੋਈ ਦੁਸ਼ਮਣੀ ਵੈਰ ਭਾਵਨਾ ਲੈ ਕੇ ਆ ਜਾਵੇ, ਸਭ ਨੂੰ ਸਮਾਨ ਨਿਗਾਹ ਦੇ ਨਾਲ ਦੇਖਦੇ ਹੈ। ਇਹ ਨਹੀਂ ਕਿ ਮਿੱਤਰ ਦੇ ਨਾਲ ਪਿਆਰ ਹੈ ਤੇ ਦੁਸ਼ਮਣ ਦੇ ਨਾਲ ਕੋਈ ਮਨ ਵਿੱਚ ਵੈਰ ਭਾਵਨਾ ਜਾਂ ਉਹਦੇ ਤੇ ਕੋਈ ਗਿਲਾ ਹੈ, ਨਾ, ਸਮ ਦ੍ਰਿਸ਼ਟੀ ਦੇ ਨਾਲ ਦੇਖਦੇ ਹਨ ਕਿ ਮਿੱਤਰ ਦੇ ਵਿੱਚ ਵੀ ਪਰਮਾਤਮਾ ਦੀ ਜੋਤ ਹੈ, ਦੁਸ਼ਮਣ ਦੇ ਵਿੱਚ ਵੀ ਪਰਮਾਤਮਾ ਦੀ ਹੀ ਜੋਤ ਹੈ। ਇਉਂ ਮਹਾਰਾਜ ਕਹਿੰਦੇ ਸਮ ਦ੍ਰਿਸ਼ਟੀ ਦੇ ਨਾਲ ਬ੍ਰਹਮ ਗਿਆਨੀ ਸੰਸਾਰ ਦੇ ਅੰਦਰ ਦੇਖਣਾ ਕਰਦਾ ਹੈ, ਭਾਵੇਂ ਕੋਈ ਮਿੱਤਰ ਹੋਵੇ ਚਾਹੇ ਕੋਈ ਦੁਸ਼ਮਣ ਹੋਵੇ। ਐਸੀ ਮਹਾਨ ਉੱਚੀ ਅਵਸਥਾ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੇ ਇਹ ਬਖਸ਼ਿਸ਼ ਕੀਤੀ ਹੈ, ਜੋ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਸਤਿਪੁਰਸ਼ਾਂ ਦੇ ਗੁਣ ਕਥਨ ਕੀਤੇ ਹਨ। ਸਾਧ ਸੰਗਤ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਦੇ ਵਿੱਚੋਂ ਭਾਈ ਰਾਮ ਕੋਇਰ ਜੀ ਹੋਏ ਹੈ, ਜੋ ਹਰ ਸਮੇਂ ਬ੍ਰਹਮ ਗਿਆਨ ਦੇ ਬ੍ਰਹਮ ਦੇ ਵਿੱਚ ਲੀਨ ਹੋ ਕਰਕੇ ਰਹਿੰਦੇ, ਸਮਾਧੀ ਵਿੱਚ ਲੀਨ ਹੋ ਕਰਕੇ ਰਿਹਾ ਕਰਦੇ ਹੈ, ਚਿਰਤੀ ਬਿਰਤੀ ਕਰਕੇ ਪਰਮਾਤਮਾ ਵਿੱਚ ਹਰ ਸਮੇਂ ਸਮਾਏ ਰਹਿੰਦੇ ਹਨ। ਇੱਕ ਵਾਰ ਰਮਦਾਸ ਨਗਰ ਦੇ ਵਿੱਚ ਲਾਹੌਰ ਤੋਂ ਤੁਰਕਾਂ ਦੀ ਫੌਜ ਚੜ੍ਹ ਕੇ ਆਈ। ਤਿਨਾਂ ਜੋ ਪਠਾਣੀਆਂ ਨੇ ਆ ਕਰਕੇ ਸਭ ਥਾਵਾਂ ਤੇ ਲੁਟੇਰੇ ਬਣ ਕੇ ਲੁੱਟ ਲੈਣਾ ਕੀਤਾ, ਸਾਰਾ ਸਾਜੋ ਸਮਾਨ। ਤੇ ਘਰ ਦੇ ਵਿੱਚ ਭਾਈ ਰਾਮ ਕੋਇਰ ਜੀ ਚੌਂਕੜਾ ਲਗਾ ਕੇ ਬੈਠੇ ਹੋਏ, ਅਡੋਲ ਬੈਠੇ ਸਨ, ਸਮਾਧੀ ਵਿੱਚ ਲੀਨ ਸਨ। ਤੇ ਜਿਹੜੇ ਲੁਟੇਰੇ ਆਏ ਉਹ ਸਭ ਕੁਝ ਲੁੱਟ ਕਰਕੇ ਸਾਜੋ ਸਮਾਨ ਲੈ ਕੇ ਚਲੇ ਗਏ। ਤੇ ਜਦੋਂ ਉਥੋਂ ਦੇ ਸਾਧ ਸੰਗਤ ਜੀ ਸੂਬੇਦਾਰ ਨੂੰ ਪਤਾ ਲੱਗਾ ਨਾ, ਤੋ ਫਿਰ ਆਪ ਨੰਗੇ ਪੈਰੀ ਚੱਲ ਕੇ ਆਇਆ, ਕਿਉਂਕਿ ਉਹ ਭਾਈ ਰਾਮ ਕੋਇਰ ਜੀ ਦੀ ਅਵਸਥਾ ਤੋਂ ਤਿੰਨਾਂ ਦੇ ਪ੍ਰਤਾਪ ਤੋਂ ਜਾਣੂ ਸੀ। ਆ ਕੇ ਚਰਨਾਂ ਤੇ ਨਤਮਸਤਕ ਹੋਇਆ ਤੇ ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗਾ, ਬਾਬਾ ਜੀ ਇਹ ਅਣਜਾਣ ਸਨ ਆਪ ਜੀ ਦੇ ਪ੍ਰਤਾਪ ਤੋਂ, ਇਸ ਲਈ ਖਿਮਾ ਕਰ ਦੇਵੋ, ਜੋ ਵੀ ਗਲਤੀ ਹੋਈ ਆਪ ਕਿਰਪਾ ਕਰਕੇ ਮਾਫ ਕਰ ਦੇਵੇ, ਕੋਈ ਸ਼ਰਾਪ ਦਾ ਕੋਈ ਬਚਨ ਨਾ ਕਿਤੇ ਮੁਖ ਤੋਂ ਕਰ ਦੇਣਾ। ਤੇ ਕਹਿਣ ਲੱਗੇ, ਭਲਿਆ ਹੋਇਆ ਕੀ ਹੈ, ਕਾਹਦੀ ਮਾਫੀ ਮੰਗ ਰਹੇ ਆ? ਤੇ ਕਹਿੰਦੇ ਜੀ ਇੰਨਾ ਕੁਝ ਹੋ ਗਿਆ, ਮੇਰੇ ਸਿਪਾਹੀ ਆਏ ਸੀ ਤੋਂ ਸਾਰਾ ਸਾਜੋ ਸਮਾਨ ਲੁੱਟ ਕੇ ਲੈ ਗਏ ਨੇ, ਤਾਰੇ ਤੁਹਾਡੇ ਘਰ ਦੇ ਵਿੱਚੋਂ ਵੀ ਲੈ ਗਏ, ਤੇ ਤੁਸੀਂ ਆਖਰੇ ਕੀ ਹੋਇਆ? ਤੇ ਕਹਿੰਦੇ ਠੀਕ ਹੈ, ਇੱਥੇ ਜੋ ਬਾਜਾਂ ਦੇ ਅੱਡੇ ਸਨ, ਸੰਗਮਰਮਰ ਦੇ ਅੱਡੇ ਬਣਾਏ ਹੋਏ ਸੀ ਜਿਨ੍ਹਾਂ ਵਿੱਚ ਬਾਜ ਰੱਖਦੇ ਸਨ ਭਾਈ ਰਾਮ ਕੋਇਰ ਜੀ। ਕਹਿੰਦੇ ਜੇ ਤੇਰੇ ਕਹਿਣ ਤੇ ਕੋਈ ਸਾਜੋ ਸਮਾਨ ਦੇ ਕੇ ਜਾ ਸਕਦੇ ਆ, ਤੇ ਸਾਡੇ ਜਿਹੜੇ ਬਾਜਾਂ ਦੇ ਅੱਡੇ ਸਨ ਸੰਗਮਰਮਰ ਦੇ, ਉਹ ਸਾਨੂੰ ਮੰਗਾ ਦੇ। ਤੇ ਪਰ ਕਹਿੰਦੇ ਕਿ ਦੇਖ, ਉਹ ਦੇਖ ਕਰਕੇ ਬੜਾ ਹੈਰਾਨ ਹੋਇਆ ਕਿ ਘਰ ਦੇ ਵੀ ਸਾਰਾ ਸਾਜੋ ਸਮਾਨ ਚਲਾ ਗਿਆ, ਸਭ ਕੁਝ ਲੁੱਟ ਕੇ ਲੈ ਗਏ ਨੇ, ਪਰ ਜੋ ਕੁਝ ਸਾਹਮਣੇ ਹੈ ਉਹ ਕੁਝ ਹੀ ਕਥਨ ਕੀਤਾ, ਕੋਈ ਪਰਵਾਹ ਨਹੀਂ। ਪਰ ਫਿਰ ਉਹ ਸਾਧ ਸੰਗਤ ਜੀ ਸਾਰਾ ਸਾਜੋ ਸਮਾਨ ਉਹ ਸੂਬੇਦਾਰ ਨੇ ਸਭ ਕੁਝ ਜੋ ਭਾਈ ਰਾਮ ਕੋਇਰ ਜੀ ਦੇ ਘਰ ਦੇ ਵਿੱਚ ਵਾਪਸ ਦਿਵਾਵਣਾ ਕੀਤਾ ਸੀ। ਤੇ ਬੜੇ ਪਿਆਰ ਦੇ ਨਾਲ ਤੇ ਮੁਸਕਰਾਉਂਦਿਆਂ ਹੋਏ ਬਚਨ ਕੀਤੇ, ਕਹਿੰਦੇ ਸਾਡਾ ਸਾਜੋ ਸਮਾਨ ਤੇ ਵਾਪਸ ਕਰਾ ਦਿੱਤਾ। ਜਦੋਂ ਲਾਹੌਰ ਤੇ ਕਿਸੇ ਨੇ ਲੁਟੇਰਿਆਂ ਨੇ ਆ ਕੇ ਲਾਹੌਰ ਨੂੰ ਲੁੱਟਿਆ, ਫਿਰ ਕੌਣ ਬਚਾਵੇਗਾ, ਕੌਣ ਵਾਪਸ ਕਰਾਵੇਗਾ? ਇਉਂ ਸੁਭਾਵਕ ਜੀ ਬਚਨ ਕਰ ਦਿੱਤੇ। ਭਾਵੇਂ ਕੋਈ ਦੁਸ਼ਮਣ ਹੈ ਚਾਹੇ ਮਿੱਤਰ ਹੈ, ਸਮ ਦ੍ਰਿਸ਼ਟੀ ਦੇ ਨਾਲ ਦੇਖਦੇ ਹੈ। ਇਉਂ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਖ ਰਹੇ ਹੈ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ। ਕਹਿੰਦੇ ਹਨ ਕਿ ਸਮ ਦ੍ਰਿਸ਼ਟੀ ਦੇ ਨਾਲ ਦੁਸ਼ਮਣ ਚਾਹੇ ਮਿੱਤਰ ਹੈ, ਉਹ ਸਮ ਦ੍ਰਿਸ਼ਟੀ ਦੇ ਨਾਲ ਹੀ ਸਭ ਨੂੰ ਸਮਾਨ ਦੇਖਦੇ ਹਨ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਫਿਰ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਜੀਵ ਦੇ ਹਿਰਦੇ ਅੰਦਰ ਕਦੇ ਵੀ ਅਭਿਮਾਨ, ਕਦੇ ਹੰਕਾਰ ਨਹੀਂ ਹੁੰਦਾ, ਰਾਈ ਮਾਤਰ ਵੀ। ਜੇ ਹੰਕਾਰ ਹੋਵੇ ਤੇ ਉਹ ਫਿਰ ਬ੍ਰਹਮ ਗਿਆਨੀ ਨਹੀਂ ਹੋ ਸਕਦਾ, ਕਿਉਂਕਿ ਹਰ ਜੀਉ ਅਹੰਕਾਰ ਨਾ ਭਾਵਈ, ਪਰਮੇਸ਼ਰ ਨੂੰ ਹੰਕਾਰ ਭਾਉਂਦਾ ਹੀ ਨਹੀਂ ਹੈ। ਜਿਹੜਾ ਨਿਰਹੰਕਾਰੀ ਹੈ, ਨਿਰਵਿਕਾਰੀ ਹੈ, ਸਮ ਦ੍ਰਿਸ਼ਟੀ ਦੇ ਨਾਲ ਸਰਬ ਵਿਆਪਕ ਪਰਮਾਤਮਾ ਨੂੰ ਦੇਖਦਾ, ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਬ੍ਰਹਮ ਗਿਆਨੀ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਨਾ ਗੁਣਾਂ ਦਾ, ਨਾ ਗਿਆਨ ਦਾ,
ਕਿਸੇ ਪ੍ਰਕਾਰ ਦਾ ਵੀ ਮਨ ਦੇ ਵਿੱਚ ਦੇਹੀ ਦਾ, ਜਾਤੀ ਦਾ ਅਭਿਮਾਨ, ਕੋਈ ਹੰਕਾਰ ਨਹੀਂ ਹੁੰਦਾ। ਬ੍ਰਹਮ ਗਿਆਨੀ ਊਚ ਤੇ ਊਚਾ। ਬ੍ਰਹਮ ਗਿਆਨੀ ਜੋ ਸਤਿਪੁਰਸ਼ ਹੈ ਉੱਚਿਆਂ ਤੋਂ ਵੀ ਉੱਚਾ ਹੈ। ਸੰਸਾਰ ਦੇ ਅੰਦਰ ਭਾਵੇਂ ਕੋਈ ਪਿੰਡ ਦੇ ਵੀ ਸਰਪੰਚ ਹੋਵੇ, ਸਾਧ ਸੰਗਤ ਜੀ, ਉਹਨੂੰ ਬੜਾ ਉੱਚਾ ਮੰਨਿਆ ਜਾਂਦਾ ਹੈ। ਜਾਂ ਦੇਸ਼ ਦਾ ਰਾਜਾ ਹੋਵੇ, ਫਿਰ ਮਹਾਰਾਜਾ ਚੱਕਰਵਰਤੀ ਬਾਦਸ਼ਾਹ ਹੋਵੇ, ਇਹ ਮਹਾਰਾਜ ਕਹਿੰਦੇ ਤਿੰਨਾਂ ਤੋਂ ਉੱਚੇ ਦੇਵਤੇ, ਫਿਰ ਬ੍ਰਹਮਾ, ਫਿਰ ਉਹਨਾਂ ਤੋਂ ਅੱਗੇ ਬ੍ਰਹਸਪਤ ਆਦਿਕ ਜਿੰਨੇ ਵੀ ਦੇਵਤੇ ਹਨ, ਤਿੰਨਾਂ ਉੱਚਿਆਂ ਤੋਂ ਉੱਚਾ ਬ੍ਰਹਮ ਗਿਆਨੀ ਹੈ। ਜਿੰਨੇ ਮਰਜ਼ੀ ਉੱਚੇ ਅਸਥਾਨ ਵਾਲਾ ਹੋਵੇ, ਉੱਚੇ ਕੋਈ ਰਾਜ ਭਾਗ ਵਾਲਾ ਹੋਵੇ, ਤਖਤ ਵਾਲਾ ਹੋਵੇ, ਸਭ ਤੋਂ ਉੱਚੀ ਅਵਸਥਾ ਵਾਲਾ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਹੈ। ਮਨ ਆਪਣਾ ਹੈ ਸਭ ਤੇ ਨੀਚਾ। ਕਿਉਂਕਿ ਤਿੰਨਾਂ ਨੇ ਆਪਣੇ ਮਨ ਨੂੰ ਸਦਾ ਹੀ ਨੀਵਾ ਬਣਾ ਕਰਕੇ ਰੱਖਿਆ ਹੈ। ਮਨ ਕਰਕੇ ਆਪਣੇ ਆਪ ਨੂੰ ਨੀਵਾ ਹੀ ਜਾਣਦੇ ਹਨ। ਤੇ ਹਜੂਰ ਦਾ ਬਚਨ ਹੁੰਦਾ ਨਾ, ਆਪਸ ਕਉ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਉਹ ਪਰਮਾਤਮਾ ਦੀ ਨਜ਼ਰਾਂ ਵਿੱਚ ਸਭ ਤੋਂ ਉੱਚਾ ਹੈ, ਜਿਹੜਾ ਆਪਣੇ ਆਪ ਨੂੰ ਨੀਵਾ ਗਿਣਦਾ ਹੈ। ਜੋ ਆਪ ਹੀ ਕਹੀ ਜਾਵੇ ਕਿ ਮੈਂ ਸਭ ਤੋਂ ਵੱਡਾ, ਮੇਰੇ ਵਰਗਾ ਕੌਣ ਹੈ ਜੋ ਮੇਰੇ ਸਮਾਨ ਹੋ ਸਕਦਾ, ਮਹਾਰਾਜ ਕਹਿੰਦੇ ਉਹ ਫਿਰ ਬ੍ਰਹਮ ਗਿਆਨੀ ਨਹੀਂ ਹੋ ਸਕਦਾ। ਮਨ ਆਪਣਾ ਹੈ ਸਭ ਤੇ ਨੀਚਾ, ਆਪਣੇ ਮਨ ਨੂੰ ਸਦਾ ਹੀ ਨੀਵਾ ਬਣਾ ਕਰਕੇ ਰੱਖਦੇ ਹਨ। ਬ੍ਰਹਮ ਗਿਆਨੀ ਸੇ ਜਨ ਭਏ। ਹਜੂਰ ਉਚਾਰਨ ਕਰ ਰਹੇ ਹੈ, ਉਹ ਪਰਮੇਸ਼ਰ ਦੇ ਪਿਆਰੇ ਜਨ ਬ੍ਰਹਮ ਗਿਆਨੀ ਹੋਏ ਹਨ। ਨਾਨਕ ਜਿਨ ਪ੍ਰਭ ਆਪ ਕਰੇ। ਪਰਮਾਤਮਾ ਨੇ ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕੀਤਾ, ਭਾਵ ਬਣਾਇਆ ਹੈ। ਸਤਿਗੁਰੂ ਜੀ ਜਿਸ ਜੀਵ ਦੇ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਬ੍ਰਹਮ ਗਿਆਨੀ ਬਣਾ ਦੇਣ, ਉਹੋ ਹੀ ਬਣ ਸਕਦਾ ਹੈ। ਆਪੋ ਵਿੱਚ ਕਹੀ ਜਾਵੇ ਜਾਂ ਫਿਰ ਆਪਣੇ ਵਾਹਨਾਂ ਦੇ ਉੱਪਰ ਲਿਖਾਈ ਜਾਵੇ, ਮਹਾਰਾਜ ਕਹਿੰਦੇ ਐਵੇਂ ਕੋਈ ਬ੍ਰਹਮ ਗਿਆਨੀ ਨਹੀਂ ਬਣ ਸਕਦਾ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਸ ਜੀਵ ਤੇ ਕਿਰਪਾ ਰੂਪੀ ਹੱਥ ਰੱਖ ਦਿੰਦਾ ਹੈ, ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਬ੍ਰਹਮ ਗਿਆਨੀ ਹੁੰਦਾ ਹੈ। ਨਾਨਕ ਜਿਸ ਪ੍ਰਭ ਆਪ ਕਰੇ। ਪਰਮਾਤਮਾ ਨੇ ਜਿਸ ਤੇ ਕਿਰਪਾ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਨੇ ਜਿਨ੍ਹਾਂ ਤੇ ਮਿਹਰ ਕੀਤੀ, ਉਹ ਬ੍ਰਹਮ ਗਿਆਨੀ ਬਣੇ ਹਨ। ਤਿਨਾਂ ਦੇ ਹਿਰਦੇ ਅੰਦਰ ਬ੍ਰਹਮ ਦਾ ਗਿਆਨ ਪ੍ਰਾਪਤ ਹੋਇਆ ਹੈ। ਬ੍ਰਹਮ ਗਿਆਨੀ ਸਗਲ ਕੀ ਰੀਨਾ। ਬ੍ਰਹਮ ਗਿਆਨੀ ਦਾ ਅੱਗੇ ਹੋਰ ਵੀ ਗੁਣ ਹੈ ਕਿ ਸਭ ਦੀ ਰੀਨਾ, ਸਭ ਦੀ ਚਰਨ ਧੂੜ ਹੋ ਕਰਕੇ ਰਹਿੰਦਾ, ਇੰਨੀ ਨਿਮਰਤਾ ਧਾਰਨ ਕਰਕੇ ਰੱਖਦਾ। ਰਾਈ ਮਾਤਰ ਵੀ ਕੋਈ ਆਪਣਤ ਨਹੀਂ, ਥੋੜਾ ਜਿੰਨਾ ਕੋਈ ਹੰਕਾਰ, ਕੋਈ ਮਨ ਦੇ ਵਿੱਚ ਤਮਾ ਨਹੀਂ ਕਿ ਮੈਨੂੰ ਮਾਣ ਮਿਲੇ, ਸਤਿਕਾਰ ਮਿਲੇ, ਨਾ। ਮਹਾਰਾਜ ਕਹਿੰਦੇ ਸਗਲ ਕੀ ਰੀਨਾ, ਸਾਰੀ ਸ੍ਰਿਸ਼ਟੀ ਦੇ ਚਰਨ ਧੂੜੀ ਬਣ ਕਰਕੇ ਰਹਿਣਾ ਕਰਦੇ ਹਨ। ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨ ਦੀ ਅਵਸਥਾ ਵਾਲੇ ਸਤਿਪੁਰਸ਼ਾਂ ਨੇ ਹੀ ਆਤਮਿਕ ਰਸ ਨੂੰ ਚੀਨਿਆ ਹੈ। ਆਤਮਿਕ ਰਸ ਚੱਖ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਨਿਸ਼ਚੈ ਕਰਕੇ ਜਾਣ ਲਿਆ ਕਿ ਇਹਦੇ ਸਮਾਨ ਕੋਈ ਦੁਨੀਆ ਦਾ ਰਸ ਹੋਰ ਕੋਈ ਨਹੀਂ ਹੋ ਸਕਦਾ। ਆਤਮ ਰਸ ਜਿਹ ਜਾਣ ਹੀ, ਮਹਾਰਾਜ ਕਹਿੰਦੇ ਸੋ ਹੈ ਖਾਲਸ ਦੇਵ। ਉਹ ਜਾਣੋ ਕਿ ਉਹ ਖਾਲਸਾ ਹੈ, ਖਾਸ ਸਰੂਪ ਹੈ। ਉਹ ਪਰਮਾਤਮਾ ਦਾ ਸਰੂਪ ਹੀ ਪ੍ਰਕਾਸ਼ ਸਰੂਪ ਹੋ ਗਿਆ, ਜਿਸ ਨੇ ਆਤਮਿਕ ਰਸ ਦੀ ਪਹਿਚਾਣ ਕਰ ਲਈ, ਜਿਸ ਨੇ ਆਤਮਿਕ ਰਸ ਨੂੰ ਚੱਖ ਲਿਆ ਹੈ। ਪਰ ਜਿਹੜਾ ਜੀ ਦੁਨੀਆ ਦੇ ਰਸਾਂ ਕਸਾਂ ਵਿੱਚ ਗਲਤਾਨ ਹੋ ਕਰਕੇ ਰਹਿੰਦਾ, ਅਜੇ ਸੰਸਾਰ ਦੇ ਰਸਾਂ ਵਿੱਚ ਹੀ ਬਾਰ-ਬਾਰ ਗਲਤਾਨ ਹੋ ਕਰਕੇ ਰਹਿੰਦਾ, ਰਸਾਂ ਨੂੰ ਚੱਖਣ ਵਿੱਚ ਲੱਗਾ ਹੋਇਆ, ਮਹਾਰਾਜ ਕਹਿੰਦੇ ਉਹਦੇ ਹਿਰਦੇ ਅੰਦਰ ਕਿਵੇਂ ਪਰਮ ਰਸ ਆ ਸਕਦਾ? ਕਦਾਚਿਤ ਵੀ ਨਹੀਂ ਹੋ ਸਕਦਾ। ਰਸ ਸੋਇਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਘੋੜੇ ਮੰਦਰ। ਮਹਾਰਾਜ ਕਹਿੰਦੇ ਘੋੜਿਆਂ, ਮਹਿਲ ਮਾੜੀਆਂ, ਮੰਦਰਾਂ, ਸੰਸਾਰ ਦੇ ਸੋਨਾ ਚਾਂਦੀ ਆਦਿਕ, ਇਹਨਾਂ ਸਭ ਰਸਾਂ ਦੇ ਵਿੱਚ ਹਰ ਸਮੇਂ ਇਹਨਾਂ ਦਾ ਰਸ ਮਾਨਣ ਦੇ ਵਿੱਚ ਲੱਗਾ ਰਹਿੰਦਾ। ਤੇ ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਉੱਥੇ ਭਲਾ ਕਿਵੇਂ ਵਾਹਿਗੁਰੂ ਦਾ ਨਾਮ ਰਸ, ਆਤਮਿਕ ਰਸ ਨਿਵਾਸ ਕਰ ਸਕਦਾ ਹੈ? ਕਿਵੇਂ ਉਹ ਆਤਮਾ ਦੇ ਰਸ ਨੂੰ ਜਾਣ ਸਕਦਾ? ਨਹੀਂ, ਕਦਾਚਿਤ ਵੀ ਨਹੀਂ ਹੋ ਸਕਦਾ। ਇਹ ਪ੍ਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਆਤਮ ਰਸ ਬ੍ਰਹਮ ਗਿਆਨੀ ਚੀਨਾ ਨਿਸ਼ਚੈ ਕਰਕੇ ਜਾਣਿਆ ਕਿ ਜੋ ਵਾਹਿਗੁਰੂ ਦੇ ਸਰੂਪ ਦਾ ਬ੍ਰਹਮਾਨੰਦ ਦਾ ਰਸ ਹੈ, ਸਾਡੀ ਆਤਮਾ ਦੇ ਅੰਤਸ਼ਕਰਨ ਦੇ ਵਿੱਚ ਹੈ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ। ਹਜੂਰ ਕਹਿੰਦੇ ਬ੍ਰਹਮ ਗਿਆਨੀ ਦੀ ਸਭ ਉੱਪਰ ਕਿਰਪਾ ਹੈ।
ਮਾਇਆ ਕਹਿੰਦੇ ਨੇ ਕਿਰਪਾ ਨੂੰ, ਬਖਸ਼ਿਸ਼ ਨੂੰ। ਸਭ ਸੰਸਾਰ ਦੇ ਜੀਵਾਂ ਦੇ ਉੱਪਰ ਕਿਰਪਾ ਕਰਨ ਵਾਲੇ ਹਨ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਤੋਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਹੁੰਦਾ। ਬੁਰਾ ਕਰਨਗੇ ਕਿਸ ਦਾ? ਸਾਧ ਸੰਗਤ ਜੀ, ਬੁਰਾ ਮਨੁੱਖ ਉਦੋਂ ਹੀ ਕਰਦਾ ਹੈ ਜਦੋਂ ਅੱਗੇ ਦੂਜਾ ਕੋਈ ਦਿਸਦਾ ਹੈ, ਕੋਈ ਦੁਸ਼ਮਣ ਦਿਸਦਾ ਹੈ, ਜਾਂ ਫਿਰ ਈਰਖਾ ਵਸ ਹੋ ਕਰਕੇ ਕਿਸੇ ਦੇ ਨਾਲ ਈਰਖਾ ਕਰਦਾ, ਦੂਜਾ ਦਿਖੇ ਤਾਂ ਹੀ ਉਹਦੇ ਨਾਲ ਬੁਰਾ ਕਰੇ ਨਾ। ਤੇ ਬ੍ਰਹਮ ਗਿਆਨੀ ਦੀਆਂ ਨਜ਼ਰਾਂ ਦੇ ਵਿੱਚ ਦੂਜਾ ਕੋਈ ਹੈ ਨਹੀਂ। ਕਹਿੰਦਾ ਕਿ ਮੇਰਾ ਆਪਣਾ ਸਰੂਪ ਹੈ, ਤੇ ਆਪਣੇ ਨਾਲ ਬੁਰਾ ਕਦੇ ਵੀ ਕੋਈ ਨਹੀਂ। ਜੇ ਕੋਈ ਕਰਨ ਦੇ ਬਾਬਤ ਕਰਨ ਦਾ ਤੇ ਕੀ ਸੋਚਦਾ ਵੀ ਨਹੀਂ ਹੈ। ਕੌਣ ਕਹਿੰਦਾ ਕਿ ਮੈਂ ਆਪਣਾ ਬੁਰਾ ਕਰਾਂ, ਮੇਰਾ ਬੁਰਾ ਹੋ ਜਾਵੇ? ਨਾ, ਹਰ ਕੋਈ। ਅਸੀਂ ਸਾਰੇ ਕਹਿੰਦੇ ਕਿ ਸਾਡਾ ਚੰਗਾ ਹੋਵੇ, ਸਾਡਾ ਭਲਾ ਹੋਵੇ, ਸਾਨੂੰ ਸੁੱਖ ਮਿਲੇ। ਇਸ ਕਰਕੇ ਮਹਾਰਾਜ ਕਹਿੰਦੇ ਹਨ, ਬ੍ਰਹਮ ਗਿਆਨੀ ਦੀ ਨਜ਼ਰਾਂ ਵਿੱਚ ਕੋਈ ਵੀ ਭਲਾ ਤੇ ਕੋਈ ਬੁਰਾ ਨਹੀਂ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਕਿਸੇ ਦਾ ਬੁਰਾ ਨਹੀਂ ਕਰਦੇ, ਕਦੇ ਵੀ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦੇ। ਬ੍ਰਹਮ ਗਿਆਨੀ ਸਦਾ ਸਮਦਰਸੀ। ਬ੍ਰਹਮ ਗਿਆਨੀ ਸਦੀਵੀ ਕਾਲ ਸਮ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਦੇਖਦਾ ਹੈ, ਸਮ ਸੁਭਾਅ ਦੇ ਨਾਲ ਸੰਸਾਰ ਦੇ ਸਭ ਜੀਵਾਂ ਦੇ ਨਾਲ ਵਰਤਦਾ ਹੈ, ਸਭ ਸੰਸਾਰ ਦੇ ਜੀਵਾਂ ਦੇ ਨਾਲ ਇੱਕੋ ਜਿਹੇ ਸੁਭਾਅ ਦੇ ਨਾਲ ਵਰਤਾਰਾ ਕਰਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਹਜੂਰ ਕਹਿੰਦੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ, ਨਿਗਾਹ ਦੇ ਵਿੱਚ ਅੰਮ੍ਰਿਤ ਵਰਸਦਾ ਹੈ। ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਜਿਸ ਵੱਲ ਵੀ ਤੱਕ ਦਿੰਦੇ, ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਹਨ, ਦੋਖੀਆਂ ਦੇ ਦੋਖ ਦੂਰ ਹੋ ਜਾਂਦੇ ਹੈ, ਪਾਪੀਆਂ ਦੇ ਪਾਪ ਦੂਰ ਹੋ ਜਾਂਦੇ ਹੈ। ਜੇ ਬ੍ਰਹਮ ਗਿਆਨੀ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਜੀਵ ਦੇ ਵੱਲ ਤੱਕ ਦਿੰਦਾ ਹੈ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਸਮਾਧੀ ਤੋਂ ਮਹਾਰਾਜ ਉਠਿਆ ਕਰਦੇ ਨਾ, ਭੋਰ ਹੋਣ ਤੇ ਸਵੇਰ ਚੜ੍ਹਨੇ ਤੇ ਬੜੇ ਬੜੇ ਕੋੜੀ ਰੋਗੀ ਲੈਣਾ ਬਣਾ ਕੇ ਤੇ ਮਹਾਰਾਜ ਦੇ ਦਰਵਾਜ਼ੇ ਦੇ ਅੱਗੇ ਬੈਠਿਆ ਕਰਦੇ ਸਨ। ਤੇ ਜਦੋਂ ਮਹਾਰਾਜ ਸਾਹਿਬ ਜੀ ਨੇ ਨੇਤਰਾਂ ਦੀਆਂ ਪਲਕਾਂ ਖੋਲ੍ਹਣੀਆਂ, ਅੰਮ੍ਰਿਤਮਈ ਦ੍ਰਿਸ਼ਟੀ ਪੈਣੀ ਤੇ ਰੋਗੀਆਂ ਦੇ ਰੋਗ ਦੂਰ ਹੋਇਆ ਕਰਦੇ ਸਨ। ਜਿਨ੍ਹਾਂ ਨੂੰ ਸਾਧ ਸੰਗਤ ਜੀ ਮੋਢਿਆਂ ਤੇ ਪਾ ਕੇ ਲਿਆਇਆ ਕਰਦੇ, ਚੁੱਕ ਕੇ ਲਿਆਉਂਦੇ, ਆਪਣੇ ਪੈਰਾਂ ਤੇ ਚੱਲ ਕੇ ਜਾਇਆ ਕਰਦੇ, ਕੋੜੀਆਂ ਦੇ ਕੋੜ ਦੂਰ ਹੋ ਜਾਂਦੇ। ਐਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਰਸਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਆਖ ਰਹੇ ਹੈ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਕਹਿੰਦੇ ਹਨ ਕਿ ਸੰਸਾਰ ਦੇ ਅੰਦਰ ਕਿਸੇ ਵੀ ਜੀਵ ਦੇ ਵੱਲ ਤੱਕ ਦੇਣ, ਉਹਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਪਾਪ ਕਰਮਾਂ ਦੀ, ਅਵਿਦਿਆ ਦੀ, ਔਗੁਣਾਂ ਦੀ ਮੈਲ ਲਾਹ ਕਰਕੇ ਹਿਰਦੇ ਨੂੰ ਉਜਲ ਕਰ ਦਿੰਦੇ ਹਨ, ਅਮਰ ਕਰ ਦਿੰਦੇ ਹਨ, ਜੰਮਣ ਮਰਨ ਤੋਂ ਰਹਿਤ ਬਣਾ ਦਿੰਦੇ ਐ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਫਿਰ ਬ੍ਰਹਮ ਗਿਆਨੀ ਦੇ ਜੀਵਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਹੈ। ਪ੍ਰਤੱਖ ਵੀ ਕੋਈ ਭਾਵੇਂ ਜੰਜੀਰਾਂ ਦੇ ਨਾਲ ਬੰਨਣ ਦਾ ਯਤਨ ਕਰੇ, ਨਹੀਂ ਬੰਨਿਆ ਜਾ ਸਕਦਾ। ਸਾਧ ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਹਿੰਦ ਦੀ ਚਾਦਰ ਦਾਤਾ ਸਤਿਗੁਰੂ ਜੀ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੀਸ ਦਾ ਬਲੀਦਾਨ ਦੇ ਕਰਕੇ ਹਿੰਦੂ ਧਰਮ ਨੂੰ ਬਚਾਇਆ ਹੈ। ਡੁੱਬਦੇ ਹੋਏ ਨੂੰ ਮਹਾਰਾਜ ਸਾਹਿਬ ਜੀ ਨੇ ਪਾਰ ਲਾਇਆ ਹੈ। ਐਸੇ ਗਰੀਬ ਨਵਾਜ ਸਤਿਗੁਰੂ ਜੀ ਜਦੋਂ ਦਿੱਲੀ ਵਿੱਚ ਸ਼ਹਾਦਤ ਦੇਣ ਵਾਸਤੇ ਗਏ ਹੈ, ਮਹਾਰਾਜ ਸਾਹਿਬ ਜੀ ਨੂੰ ਪਿੰਜਰੇ ਵਿੱਚ ਬੰਦ ਕਰਕੇ ਰੱਖਿਆ ਗਿਆ। ਤੇ ਸਤਿਗੁਰੂ ਜੀ ਨੂੰ ਜਦੋਂ ਪਿਆਰ ਵਾਲੇ ਗੁਰਸਿੱਖ ਯਾਦ ਕਰਦੇ ਹੈ ਨਾ, ਬੜੇ ਪਿਆਰ ਦੇ ਨਾਲ ਇੱਕ ਚਿੱਤ ਹੋ ਕੇ ਬੇਨਤੀ ਕਰਦੇ ਨੇ, ਤੇ ਮਹਾਰਾਜ ਉਹਨਾਂ ਦੇ ਘਰਾਂ ਵਿੱਚ ਲੰਗਰ ਪ੍ਰਸ਼ਾਦ ਛਕਣ ਵਾਸਤੇ ਜਾਂਦੇ ਹੈ। ਤੇ ਜਦੋਂ ਸਾਧ ਸੰਗਤ ਜੀ ਜਿਹੜੇ ਪਹਿਰੇਦਾਰ, ਕੋਈ ਕਾਜੀ ਮੁਲਾਣੇ, ਕੋਈ ਆ ਕਰ ਕੀਰ ਖਾਲੂ ਦੇਖਦੇ, ਤੇ ਸਤਿਗੁਰੂ ਜੀ ਪਿੰਜਰੇ ਵਿੱਚ ਬੈਠੇ ਹੋਏ ਹੀ ਨਜ਼ਰ ਆਉਂਦੇ ਨੇ। ਉਧਰ ਸਿੱਖਾਂ ਦਾ ਭਲਾ ਕਰਨ ਵਾਸਤੇ, ਮੁਬਾਰਕ ਚਰਨ ਪਾਉਣ ਦੇ ਵਾਸਤੇ, ਮਹਾਰਾਜ ਮਨ ਦੀਆਂ ਭਾਵਨਾਵਾਂ ਤਮੰਨਾ ਪੂਰੀਆਂ ਕਰਨ ਦੇ ਵਾਸਤੇ ਸਿੱਖਾਂ ਦੇ ਘਰ ਲੰਗਰ ਪ੍ਰਸ਼ਾਦ ਛਕਣ ਵਾਸਤੇ ਜਾਂਦੇ, ਕਦੇ ਇਸ਼ਨਾਨ ਕਰ ਰਹੇ ਹੁੰਦੇ ਨਜ਼ਰ ਆਉਂਦੇ। ਇਹ ਮਹਾਰਾਜ ਕਹਿੰਦੇ ਕੋਈ ਬੰਧਨ ਵੀ, ਕੋਈ ਪ੍ਰਤੱਖ ਵੀ ਕੋਈ ਬੰਧ ਨਹੀਂ ਸਕਦਾ ਬ੍ਰਹਮ ਗਿਆਨੀ ਨੂੰ। ਤੇ ਫਿਰ ਸੰਸਾਰ ਦੀ ਮਾਇਆ ਦੀ ਮੋਹ ਮਮਤਾ ਦਾ ਬੰਧਨ ਵੀ ਕਦੇ ਕੋਈ ਵਿਆਪਦਾ ਨਹੀਂ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਭ ਸੰਸਾਰ ਦੇ ਬੰਧਨਾਂ ਤੋਂ, ਮਾਇਆ ਦੇ ਮੋਹ ਮਮਤਾ ਦੇ, ਔਗਣਾਂ ਦੇ, ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਦੀ ਜਿਹੜੀ ਮਰਜ਼ਾਦਾ ਹੈ ਉਹ ਉਜਲ ਹੈ।
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਜੁਗਤਾ ਜਿਹੜੀ ਚਿਰ ਦੀ ਬਿਰਤੀ ਦਾ ਪ੍ਰਮਾਤਮਾ ਦੇ ਨਾਲ ਜੁੜਨਾ ਹੈ, ਇਹ ਉਜਲ ਹੈ। ਹਰਾਈ ਮਾਤਰ ਵੀ ਕਿਸੇ ਪ੍ਰਕਾਰ ਦੀ ਮੋਹ ਮਮਤਾ ਦੀ ਕੋਈ ਮੈਲ ਨਹੀਂ। ਸੰਸਾਰ ਦੇ ਪਦਾਰਥਾਂ ਦੀ ਕਿਸੇ ਪ੍ਰਕਾਰ ਦੀ ਤਮਾ ਰੂਪੀ ਕੋਈ ਮੈਲ ਨਹੀਂ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਹਜੂਰ ਕਹਿੰਦੇ ਬ੍ਰਹਮ ਗਿਆਨੀ ਦਾ ਜਿਹੜਾ ਭੋਜਨ ਹੈ ਨਾ, ਉਹ ਗਿਆਨ ਹੈ। ਕੋਈ ਤਰ੍ਹਾਂ ਤਰ੍ਹਾਂ ਦੇ ਕਿਸੇ ਤਰ੍ਹਾਂ ਦੇ ਪਦਾਰਥ ਛਕਦਾ, ਕੋਈ ਕਿਸੇ ਪ੍ਰਕਾਰ ਦਾ, ਤੇ ਬ੍ਰਹਮ ਗਿਆਨੀ ਦਾ ਭੋਜਨ ਹੀ ਮਹਾਰਾਜ ਕਹਿੰਦੇ ਗਿਆਨ ਹੈ। ਵਾਹਿਗੁਰੂ ਦਾ ਗਿਆਨ ਸਰੂਪ ਹੈ ਨਾ, ਉਹ ਹੀ ਅਸਲ ਦੇ ਵਿੱਚ ਭੋਜਨ ਹੈ। ਜਿਵੇਂ ਸਤਿਪੁਰਸ਼ਾਂ ਦਾ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਹੈ ਨਾ, ਕਿ ਵਾਹਿਗੁਰੂ ਦੇ ਪਿਆਰਿਆਂ ਨੇ ਨਾਮ ਨੂੰ ਹੀ ਆਪਣਾ ਭੋਜਨ ਬਣਾਇਆ, ਕਿ ਸਾਡੇ ਲਈ 36 ਪ੍ਰਕਾਰ ਦਾ ਭੋਜਨ ਵਾਹਿਗੁਰੂ ਦਾ ਨਾਮ ਹੈ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਪਾਈ। ਉਹ ਹਿਰਦੇ ਕਰਕੇ ਸੰਤੋਖੀ ਹੋ ਜਾਂਦੇ ਹੈ, ਹਿਰਦੇ ਕਰਕੇ ਰੱਜ ਜਾਂਦੇ ਹੈ, ਕੋਈ ਮਨ ਕਰਕੇ ਤਮਾ ਨਹੀਂ ਹੁੰਦੀ। ਇਵੇਂ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨ ਦੀ ਅਵਸਥਾ ਵਾਲੇ ਗੁਰਮੁਖ ਪਿਆਰੇ ਸਤਿਪੁਰਸ਼ ਦਾ ਭੋਜਨ ਵਾਹਿਗੁਰੂ ਦੇ ਸਰੂਪ ਦਾ ਗਿਆਨ ਹੈ। ਮਹਾਰਾਜ ਕਹਿੰਦੇ ਹਰ ਸਮੇਂ ਗਿਆਨ ਨੂੰ ਛਕਦੇ ਹੈ, ਗਿਆਨ ਸਰੂਪ ਦੇ ਵਿੱਚ ਹੀ ਜੀਵਨ ਨਿਰਵਾਹ ਕਰਦੇ ਹੈ, ਹਰ ਸਮੇਂ ਗਿਆਨ ਦੇ ਵਿੱਚ ਹੀ ਵਰਤਦੇ ਹਨ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹਨ, ਜਿਹੜਾ ਧਿਆਨ ਹੈ ਨਾ, ਉਹ ਵੀ ਬ੍ਰਹਮ ਗਿਆਨ ਦੇ ਵਿੱਚ ਹੀ ਰਹਿੰਦਾ, ਬ੍ਰਹਮ ਗਿਆਨੀ ਦਾ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਇਹ ਨਹੀਂ ਕਿ ਧਿਆਨ ਜਿਹੜਾ ਹੈ ਕੋਈ ਜਿਵੇਂ ਸੰਸਾਰ ਵਿੱਚ ਕਿਸੇ ਦਾ ਧਾਰਨ ਕਰਦਾ, ਕੋਈ ਕਿਸੇ ਦੇਵੀ ਦਾ, ਕੋਈ ਕਿਸੇ ਦੇਵਤੇ ਦਾ ਧਾਰਦਾ, ਪਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦਾ ਧਿਆਨ ਹਰ ਸਮੇਂ ਬ੍ਰਹਮ ਦੇ ਵਿੱਚ ਲੱਗਾ ਰਹਿੰਦਾ, ਹਰ ਸਮੇਂ ਬ੍ਰਹਮ ਦੇ ਵਿੱਚ ਹੀ ਧਿਆਨ ਬਿਰਤੀ ਕਰਕੇ ਜੁੜਿਆ ਰਹਿੰਦਾ ਹੈ। ਬ੍ਰਹਮ ਗਿਆਨੀ ਏਕ ਊਪਰ ਆਸ। ਬ੍ਰਹਮ ਗਿਆਨੀ ਦੀ ਆਸਥਾ ਵੀ ਇੱਕ ਪ੍ਰਮਾਤਮਾ ਦੇ ਉੱਪਰ ਹੁੰਦੀ ਹੈ, ਇੱਕ ਬ੍ਰਹਮ ਦੇ ਉੱਪਰ ਹੁੰਦੀ ਹੈ। ਕਦੇ ਕਿਸੇ ਜੀਵ ਦੇ ਉੱਪਰ ਨਹੀਂ ਆਸ ਲਾਉਣਾ ਕਰਦੇ। ਸਾਧ ਸੰਗਤ ਜੀ, ਜਦੋਂ ਸੁਲਹੀ ਖਾਨ ਚੜ੍ਹਾਈ ਕਰਕੇ ਆਉਣ ਲੱਗਾ ਸੀ ਨਾ, ਤੇ ਸਿੱਖਾਂ ਨੇ ਬੇਨਤੀ ਕੀਤੀ ਸੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ, ਮਹਾਰਾਜ ਕਿ ਪ੍ਰਥਮ ਮਤਾ ਮਹਾਰਾਜ ਸਾਨੂੰ ਕੋਈ ਨਾ ਕੋਈ ਯਤਨ ਕਰਨਾ ਚਾਹੀਦਾ, ਜੇ ਪੱਤਰੀ ਚਲਾਵੋ ਸਾਨੂੰ ਪੱਤਰਕਾ ਭੇਜਣੀ ਚਾਹੀਦੀ ਹੈ। ਫਿਰ ਕਹਿੰਦੇ ਦੁਤੀਏ ਮਤਾ ਕੁਛ ਦੋਏ ਮਾਨੁਖ ਪਹੁੰਚਾਵੋ, ਦੋ ਮਨੁੱਖਾਂ ਨੂੰ ਸਾਨੂੰ ਮਹਾਰਾਜ ਸਦਰਸ਼ ਭੇਜਣਾ ਚਾਹੀਦਾ ਬਾਦਸ਼ਾਹ ਦੇ ਕੋਲ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਸਾਨੂੰ ਕੋਈ ਯਤਨ ਕਰਨਾ ਚਾਹੀਦਾ, ਅਸੀਂ ਵੀ ਮਹਾਰਾਜ ਡਟ ਕੇ ਮੁਕਾਬਲਾ ਕਰਾਂਗੇ। ਪਰ ਮਹਾਰਾਜ ਕਹਿੰਦੇ ਮੈਂ ਸਭ ਕੁਛ ਛੋੜ ਪ੍ਰਭ ਤੁਹੀ ਤੇ ਆਇਆ। ਕਹਿੰਦੇ ਹੈ ਪਰਮਾਤਮਾ ਅਸੀਂ ਸਭ ਕੁਝ ਛੱਡਿਆ, ਇੱਕ ਪਰਮਾਤਮਾ ਤੇ ਆਸ ਰੱਖੀ ਹੈ ਕਿ ਪਰਮੇਸ਼ਰ ਭਲੀ ਕਰੇਗਾ, ਪਰਮਾਤਮਾ ਮਿਹਰ ਕਰੇਗਾ। ਐ ਗੁਰਸਿੱਖੋ ਐਵੇਂ ਡਾਵਾਂ ਡੋਲ ਨਾ ਹੋਵੋ, ਐਵੇਂ ਮਤਾ ਮਨ ਦੇ ਵਿੱਚ ਡਰੋ। ਇੱਕ ਪਰਮੇਸ਼ਰ ਤੇ ਆਸ ਹੈ, ਐਸੀ ਬ੍ਰਹਮ ਗਿਆਨ ਦੀ ਅਵਸਥਾ ਹੈ। ਹਜੂਰ ਕਹਿੰਦੇ ਹਨ ਬ੍ਰਹਮ ਗਿਆਨੀ ਇੱਕ ਉਪਰ ਆਸ, ਕੇਵਲ ਇੱਕ ਵਾਹਿਗੁਰੂ ਦੇ ਸਰੂਪ ਤੇ ਹੀ ਆਸ ਰੱਖਦੇ ਹਨ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਨੂੰ ਕੋਈ ਮਾਰ ਨਹੀਂ ਸਕਦਾ, ਵਿਨਾਸ਼ ਨਹੀਂ ਹੋ ਸਕਦਾ, ਕਦੇ ਅੰਤ ਨਹੀਂ ਹੋ ਸਕਦਾ। ਜਦੋਂ ਚਾਹੇ ਆਪਣਾ ਸਰੀਰ ਪ੍ਰਗਟ ਕਰ ਸਕਦੇ ਆ, ਜਦੋਂ ਚਾਹੇ ਆਪਣੇ ਸਰੀਰ ਨੂੰ ਅਲੋਪ ਕਰ ਸਕਦੇ, ਗੁਪਤ ਕਰ ਸਕਦੇ ਹਨ। ਐਸੀ ਬ੍ਰਹਮ ਗਿਆਨੀ ਦੀ ਅਵਸਥਾ ਹੈ। ਕਿੰਨਾ ਯਤਨ ਕੀਤਾ ਸੀ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਕਸ਼ਟ ਦੇ ਕਰਕੇ ਸ਼ਹੀਦ ਕਰਨੇ ਦਾ। ਮਹਾਰਾਜ ਸਾਹਿਬ ਜੀ ਨੇ ਆਪ ਸ਼ਹਾਦਤ ਦੇਣਾ ਕੀਤੀ ਹੈ। ਤਤੀ ਲੋਹ ਤੇ ਕਿੰਨਾ ਸਮਾਂ ਅਡੋਲ ਹੋ ਕਰਕੇ ਬੈਠੇ ਰਹੇ, ਉਬਲਦੇ ਪਾਣੀ ਵਿੱਚ ਬੈਠੇ ਰਹੇ। ਮਹਾਰਾਜ ਸਾਹਿਬ ਜੀ ਦੇ ਸ਼ੀਸ਼ ਦੇ ਉੱਪਰ ਗਰਮ ਰੇਤਾ ਪੈਂਦਾ ਰਿਹਾ। ਦੇਖੋ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੂੰ ਭਾਵੇਂ ਕਿੰਨਾ ਵੀ ਯਤਨ ਕੀਤਾ ਹੈ, ਪਰ ਗਰੀਬ ਨਵਾਜ ਸਤਿਗੁਰੂ ਜੀ ਨੇ ਆਪ ਪੰਜ ਭੌਤਿਕ ਸਰੀਰ ਨੂੰ ਤਿਆਗਣਾ ਕੀਤਾ ਹੈ। ਭਾਵੇਂ ਜਿੰਨਾ ਮਰਜ਼ੀ ਕੋਈ ਯਤਨ ਕਰਕੇ ਦੇਖ ਲਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਹੈ ਨਾ, ਭਾਵੇਂ ਜ਼ਾਲਮਾਂ ਨੇ ਖੋਪੜ ਵੀ ਲਾ ਦਿੱਤਾ, ਪਰ ਕਹਿੰਦੇ ਸਨ ਕਿ ਜੁੱਤੀ ਦੀ ਨੋਕ ਦੇ ਨਾਲ ਸਾਧ ਸੰਗਤ ਜੀ ਨੂੰ ਲੈ ਕਰਕੇ ਜਾਣਾ। ਇਸ ਪ੍ਰਕਾਰ ਫਿਰ ਬਾਅਦ ਵਿੱਚ ਸ਼ਹਾਦਤ ਦਾ ਜਾਮ ਪੀਤਾ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਆਖ ਰਹੇ ਹਨ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਕਦੇ ਕੋਈ ਮਾਰ ਹੀ ਨਹੀਂ ਸਕਦਾ। ਸਾਧ ਸੰਗਤ ਜੀ,
ਸਰੀਰ ਦੇ ਵਿੱਚੋਂ ਥੋੜਾ ਜਿੰਨਾ ਖੂਨ ਨਿਕਲ ਜਾਵੇ ਨਾ ਕਿਸੇ ਫੱਟ ਲੱਗਣ ਦੇ ਨਾਲ ਤੇ ਡਰ ਦੇ ਨਾਲ ਹੀ ਖੂਨ ਨਿਕਲਣੇ ਕਰਕੇ ਬੰਦੇ ਦੀ ਮੌਤ ਹੋ ਜਾਂਦੀ ਹੈ। ਪਰ ਦੇਖੋ ਬੰਦ ਟੁਕੜਾ ਟੁਕੜਾ ਕਰ ਦਿੱਤਾ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦਾ। ਜੱਲਾਦ ਨੇ ਟੋਕੇ ਦੇ ਨਾਲ ਬੰਦ ਕੱਟ ਕੇ ਟੋਕਰੇ ਭਰ ਦਿੱਤੇ ਐ, ਪਰ ਫੇਰ ਵੀ ਸਭ ਟੁਕੜਿਆਂ ਦੇ ਵਿੱਚ ਸੁਖਮਨੀ ਸਾਹਿਬ ਗੁਰਬਾਣੀ ਦੀ ਉੱਚੀ ਆਵਾਜ਼ ਆ ਰਹੀ ਹੈ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਕੋਈ ਵਿਨਾਸ਼ ਨਹੀਂ ਕਰ ਸਕਦਾ। ਵਿਸ਼ੇਸ਼ ਕਰਕੇ ਜਿੰਨਾ ਮਰਜ਼ੀ ਯਤਨ ਕਰ ਲਵੇ ਕੋਈ ਮਾਰ ਨਹੀਂ ਸਕਦਾ। ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਸਦਾ ਹੀ ਗਰੀਬੀ ਸਮਾਈ ਰਹਿੰਦੀ ਹੈ। ਹਿਰਦੇ ਕਰਕੇ ਗਰੀਬਤਾ, ਹਿਰਦੇ ਦੇ ਅੰਦਰ ਨਿਮਰਤਾ, ਇੰਨੀ ਜ਼ਿਆਦਾ ਨਿਮਰਤਾ ਹੈ ਕਿ ਹਰ ਸਮੇਂ ਮਹਾਰਾਜ ਕਹਿੰਦੇ ਗਰੀਬਾਂ ਦੀ ਤਰ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਹਿਰਦੇ ਅੰਦਰ ਗਰੀਬੀ ਰਹਿੰਦੀ ਹੈ। ਹਿਰਦੇ ਅੰਦਰ ਨਿਮਰਤਾ ਬਣਾਈ ਰੱਖਦੇ ਹਨ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਫਿਰ ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਸਦਾ ਹੀ ਪਰਾਇਆਂ ਤੇ ਉਪਕਾਰ ਕਰਨੇ ਦਾ, ਪਰ ਉਪਕਾਰ ਕਰਨ ਦਾ ਉਤਸ਼ਾਹ ਬਣਿਆ ਰਹਿੰਦਾ ਹੈ ਹਰ ਸਮੇਂ। ਸਾਧ ਸੰਗਤ ਜੀ 1875 ਕੋ ਸਨ ਦੀ ਗੱਲ ਹੈ। ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੇ ਜੀਵਨ ਦੀ ਗਾਥਾ ਹੈ। ਜਦੋਂ ਫੌਜ ਦੇ ਵਿੱਚ ਡਿਊਟੀ ਕਰਦੇ ਸੀ ਸਾਧ ਸੰਗਤ ਜੀ, ਤਿੰਨਾਂ ਦੀ ਜਿਹੜੀ ਰੈਜੀਮੈਂਟ ਸੀ ਨਾ, ਉਸ ਸਮੇਂ ਦਿੱਲੀ ਦੇ ਵੀ ਸਾਧ ਸੰਗਤ ਜੀ ਕੋਲ ਆਈ ਹੋਈ ਸੀ। ਤੇ ਜੇਕਰ ਆਉਂਦਾ ਹੈ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਕਿ ਉਸ ਸਮੇਂ ਬਹੁਤ ਸਾਰੇ ਨਾ ਦਿੱਲੀ ਵਿੱਚ ਅੱਗ ਲੱਗੀ ਹੋਈ ਸੀ, ਲੋਕਾਂ ਦਾ ਬਚਾਓ ਕਰਦੇ ਪਏ ਸਨ। ਜਿਹੜੇ ਭਲੇ ਪੁਰਸ਼ ਜੀ ਉਹਨਾਂ ਨੂੰ ਚੁੱਕ ਕੇ ਗੁਰੂ ਘਰਾਂ ਵਿੱਚ ਲੈ ਕੇ ਜਾ ਰਹੇ ਸਨ। ਇੱਕ ਬਜ਼ੁਰਗ ਮਾਤਾ ਉੱਚੀ ਭੁੱਬਾਂ ਮਾਰ ਕਰਕੇ ਰੋ ਰਹੀ, ਤੇ ਬਹੁਤ ਲੰਮੇ ਸਮੇਂ ਬਾਅਦ ਉਹਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਸੀ। 5 ਕੁ ਸਾਲ ਦਾ ਬੱਚਾ ਉੱਪਰ ਚਬਾਰੇ ਦੇ ਵਿੱਚ ਅੱਗ ਲੱਗੀ ਹੋਈ ਚੌਹਾਂ ਪਾਸਿਆਂ ਤੇ ਸੁੱਤਾ ਪਿਆ ਸੀਗਾ। ਉਹਨੂੰ ਦੇਖ ਕਰਕੇ ਨਾ ਅੰਦਰ ਜਾ ਸਕਦੀ ਸੀ ਉਹਨੂੰ ਬਚਾ ਸਕੇ, ਸਾਰੇ ਪਾਸੇ ਅੱਗ ਫੈਲੀ ਹੋਈ ਸੀ। ਤੇ ਜਦੋਂ ਸੰਤ ਬਾਬਾ ਕਰਮ ਸਿੰਘ ਜੀ ਤੇ ਭਾਈ ਲਾਲ ਸਿੰਘ ਉਹਨਾਂ ਦੇ ਨਾਲ ਬੜੇ ਬੰਦਗੀ ਵਾਲੇ ਰੂਹ ਸਨ, ਉਹਨਾਂ ਨੇ ਆ ਕੇ ਮਾਂ ਨੂੰ ਪੁੱਛਿਆ, ਮਾਤਾ ਨੂੰ ਕੀ ਗੱਲ ਮਾਤਾ ਕਿਉਂ ਰੋਂਦੀ ਪਈ ਹੈ? ਤੇ ਕਹਿਣ ਲੱਗੇ ਮੇਰਾ 5 ਸਾਲਾਂ ਦਾ ਪੁੱਤਰ ਹੈ, ਉਹ ਚਬਾਰੇ ਵਿੱਚ ਸੁੱਤਾ ਸੀ ਤੇ ਬਾਹਰੋਂ ਅੱਗ ਨੇ ਘੇਰ ਲਿਆ, ਸਾਰੇ ਪਾਸੇ ਅੱਗ ਹੈ, ਇਸ ਕਰਕੇ ਮੇਰਾ ਪੁੱਤਰ ਕਿਸੇ ਤਰ੍ਹਾਂ ਬਚਾ ਦੇਵੋ। ਤੇ ਕਹਿੰਦੇ ਇੰਨਾ ਦਰਦ ਦੇਖ ਕਰਕੇ ਬਜ਼ੁਰਗ ਮਾਤਾ ਨੂੰ ਰੋਂਦਿਆਂ ਹੋਏ ਦੇਖ ਕੇ ਰਿਹਾ ਨਾ ਗਿਆ। ਸੰਤ ਬਾਬਾ ਕਰਮ ਸਿੰਘ ਜੀ ਉਸੇ ਸਮੇਂ ਉਹਨਾਂ ਨੇ ਪੌੜੀ ਲਾਈ, ਚੁਬਾਰੇ ਵਿੱਚ ਚੜ੍ਹਨ ਲੱਗੇ। ਭਾਈ ਲਾਲ ਸਿੰਘ ਜੀ ਨੇ ਰੋਕਿਆ ਵੀ ਤੇ ਫਿਰ ਵੀ ਰੋਕੇ ਨਾ। ਕਹਿੰਦੇ ਕਿ ਕੋਈ ਗੱਲ ਨਹੀਂ, ਮਹਾਰਾਜ ਜੀ ਦਾ ਬਚਨ ਹੈ, ਗੁਰ ਕਾ ਬਚਨ ਬਸੈ ਜੀ ਅਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਕਿ ਮਹਾਰਾਜ ਜੀ ਦਾ ਬਚਨ ਹੈ ਕਿ ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ ਜੇ ਗੁਰੂ ਕਾ ਬਚਨ ਹਿਰਦੇ ਅੰਦਰ ਵਸਿਆ ਹੋਵੇ, ਗੁਰੂ ਸ਼ਬਦ ਹਿਰਦੇ ਅੰਦਰ ਹੋਵੇ, ਮਹਾਰਾਜ ਦੀ ਯਾਦ ਹਿਰਦੇ ਅੰਦਰ ਵਸੀ ਹੋਵੇ ਤੇ ਅੱਗ ਭਲਾ ਕਿਵੇਂ ਸਾੜ ਸਕਦੀ ਹੈ। ਔਰ ਇਸ ਪ੍ਰਕਾਰ ਜੇ ਪਰਮਾਤਮਾ ਅੱਗ ਰੂਪ ਵੀ ਪਰਮੇਸ਼ਰ ਆਪ ਹੀ ਹੈ, ਸਾੜਨ ਵਾਲਾ ਵੀ ਆਪ ਹੈ, ਬਚਾਉਣ ਵਾਲਾ ਵੀ ਆਪ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਇਹੋ ਵਚਨ ਯਾਦ ਕਰਦਿਆਂ ਹੋਇਆਂ ਸੰਤ ਬਾਬਾ ਕਰਮ ਸਿੰਘ ਜੀ ਉੱਪਰ ਚੁਬਾਰੇ ਵਿੱਚ ਚੜ੍ਹ ਗਏ ਸਨ। ਤੇ ਜਾ ਕੇ ਸਾਧ ਸੰਗਤ ਜੀ ਕੱਪੜਾ ਲੈ ਕੇ ਜਿਵੇਂ ਕਮਰ ਕੱਸਾ ਕਰੀਦਾ, ਪਿੱਛੇ ਲੱਕ ਦੇ ਨਾਲ ਉਹ ਬੱਚੇ ਨੂੰ ਘੁੱਟ ਕੇ ਬੰਨ੍ਹ ਲਿਆ। ਜਿੰਨਾ ਸਾਜੋ ਸਮਾਨ ਸੀ ਕੋ ਲੜੀਂਦਾ ਹੱਥ ਆਇਆ ਉਹ ਹੇਠਾਂ ਸੁੱਟ ਦਿੱਤਾ ਤੇ ਬੱਚੇ ਨੂੰ ਲੈ ਕੇ ਉਹ ਮਾਤਾ ਦੇ ਕੋਲ ਲਿਆ ਕੇ ਦੇ ਦਿੱਤਾ। ਉਹ ਮਾਤਾ ਬੜੀ ਪ੍ਰਸੰਨ ਹੋਈ। ਇਸ ਪ੍ਰਕਾਰ ਕਹਿੰਦੇ ਕਿ ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਸਦਾ ਹੀ ਉਤਸ਼ਾਹ ਬਣਿਆ ਰਹਿੰਦਾ ਹੈ ਪਰ ਉਪਕਾਰ ਕਰਨੇ ਦਾ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਸਦਾ ਹੀ ਜੱਗ ਦਾ ਭਲਾ ਕਰਨ ਦੇ ਵਿੱਚ ਕਿ ਜੀਵਾਂ ਦਾ ਭਲਾ ਹੋ ਸਕੇ, ਜੀਵਾਂ ਦਾ ਭਲਾ ਕਰ ਦੇਈਏ, ਹਰ ਸਮੇਂ ਉਤਸ਼ਾਹ ਬਣਿਆ ਰਹਿੰਦਾ ਹੈ। ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਸੰਸਾਰ ਦੇ ਦੁਨਿਆਵੀ ਧੰਦਿਆਂ ਦਾ ਕੋਈ ਵੀ ਰੁਚੀ ਨਹੀਂ ਹੁੰਦੀ। ਤਨ ਕਰਕੇ ਵਿਚਰਦੇ ਜ਼ਰੂਰ ਹੈ, ਪਰ ਮਹਾਰਾਜ ਕਹਿੰਦੇ ਮਨ ਕਰਕੇ ਕੋਈ ਸੰਸਾਰ ਦੇ ਦੁਨਿਆਵੀ ਧੰਦਿਆਂ ਦੇ ਨਾਲ ਪਿਆਰ ਨਹੀਂ ਹੁੰਦਾ, ਕੇਵਲ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੁੰਦਾ ਹੈ। ਮਨ ਤੇ ਛੁੱਟ ਗਿਓ ਸਗਲੋ ਧੰਦਾ, ਗੁਰ ਕੀ ਸਰਣੀ ਪਾਏ। ਮਹਾਰਾਜ ਜਦੋਂ ਦਾ ਆਪ ਨੇ ਸਾਨੂੰ ਗੁਰੂ ਸ਼ਰਨ ਦੇ ਵਿੱਚ ਪਾ ਦਿੱਤਾ ਹੈ ਨਾ, ਉਦੋਂ ਦੇ ਮਨ ਕਰਕੇ ਸਾਰੇ ਧੰਦੇ ਸਾਡੇ ਛੁੱਟ ਗਏ ਹੈ।
ਮਨ ਕਰਕੇ ਦੁਨਿਆਵੀ ਧੰਦਿਆਂ ਦੇ ਨਾਲ ਕੋਈ ਪਿਆਰ ਨਹੀਂ ਹੈ, ਕੇਵਲ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਪਿਆਰ ਹੈ। ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਹਜੂਰ ਕਹਿੰਦੇ ਬ੍ਰਹਮ ਗਿਆਨੀ ਨੇ ਧਾਉਂਦੇ ਹੋਏ ਆਪਣੇ ਮਨ ਨੂੰ ਬੰਨ ਕਰਕੇ ਰੱਖਿਆ, ਸ਼ਬਦ ਦਾ ਬੰਨ ਪਾ ਕੇ ਰੱਖ ਲਿਆ। ਮਨ ਦਾ ਸੁਭਾਅ ਹੈ ਭਟਕਣਾ, ਬਾਰ-ਬਾਰ ਉੱਡਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ। ਪਰ ਬ੍ਰਹਮ ਗਿਆਨੀ ਨੇ ਕੇਵਲ ਗਿਆਨ ਦੇ ਨਾਲ ਬੰਨ ਪਾ ਕਰਕੇ ਮਨ ਨੂੰ ਬੰਨ ਕਰਕੇ ਟਿਕਾ ਕੇ ਰੱਖਿਆ, ਗੁਰੂ ਸ਼ਬਦ ਦਾ ਆਸਰਾ ਲੈ ਕੇ। ਬ੍ਰਹਮ ਗਿਆਨੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਖ ਰਹੇ, ਲੈ ਧਾਵਤ ਬੰਦਾ। ਮਹਾਰਾਜ ਸਾਹਿਬ ਜੀ ਤੋਂ ਸ਼ਬਦ ਦੀ ਦਾਤ ਲੈ ਕਰਕੇ ਧਾਉਂਦੇ ਹੋਏ ਭਟਕਦੇ ਹੋਏ ਮਨ ਨੂੰ ਬੰਨ ਕਰਕੇ ਰੱਖਿਆ ਹੈ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ। ਬ੍ਰਹਮ ਗਿਆਨੀ ਜੀਵਨ ਦੇ ਵਿੱਚ ਜੋ ਕੁਝ ਵੀ ਕਰਦਾ ਭਲਾ ਕਰਦਾ ਹੈ। ਸੁਭਾਵਕ ਹੀ ਭਾਵੇਂ ਰਸਨਾ ਤੋਂ ਬੋਲਦੇ ਤਾਂ ਵੀ ਭਲੇ ਦੇ ਬਚਨ ਬੋਲਦੇ ਹੈ। ਚਾਹੇ ਕੋਈ ਵੀ ਸੰਸਾਰ ਦੇ ਅੰਦਰ ਕੋਈ ਕੰਮ ਕਰਨਾ ਉਹ ਵੀ ਭਲੇ ਦਾ ਕਰਨਾ, ਜੇ ਸੋਚਣਾ ਉਹ ਵੀ ਭਲਾ ਹੀ ਸੋਚਣਾ, ਜੋ ਕਰਨਾ ਉਹ ਵੀ ਭਲਾ ਹੀ ਕਰਨਾ। ਇਸ ਕਰਕੇ ਮਹਾਰਾਜ ਕਹਿੰਦੇ ਤਿਨਾਂ ਤੋਂ ਕਦੇ ਵੀ ਕੋਈ ਬੁਰਾ ਕਰਮ ਨਹੀਂ ਹੁੰਦਾ। ਮਹਾਰਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ। ਜੋ ਕੁਝ ਵੀ ਹੁੰਦਾ ਤਿਨਾਂ ਤੋਂ ਭਲਾ ਕਰਮ, ਚੰਗਾ ਹੀ ਕਰਮ ਹੁੰਦਾ ਹੈ। ਬ੍ਰਹਮ ਗਿਆਨੀ ਸੁਫਲ ਫਲਾ। ਹੇ ਬ੍ਰਹਮ ਗਿਆਨੀ ਸ੍ਰੇਸ਼ਟ ਫਲਾਂ ਦੇ ਸਹਿਤ ਹੈ। ਸ਼ੁਭ ਗੁਣਾ ਰੂਪੀ ਮਹਾਰਾਜ ਕਹਿੰਦੇ ਫਲਾਂ ਦੇ ਸਹਿਤ ਪ੍ਰਫੁੱਲਤ ਹੋ ਕਰਕੇ ਰਹਿੰਦਾ ਹੈ। ਫਿਰ ਸ੍ਰੇਸ਼ਟ ਵਾਹਿਗੁਰੂ ਦੇ ਗਿਆਨ ਦੇ ਰੂਪੀ ਫਲ ਦੇ ਵੀ ਸਦਾ ਹੀ ਪ੍ਰਫੁੱਲਤ ਹੋ ਕਰਕੇ ਰਹਿੰਦਾ ਹੈ। ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਬ੍ਰਹਮ ਗਿਆਨੀ ਦੀ ਸੰਗਤ ਕਰ ਲਵੇ ਨਾ, ਜਿਹੜਾ ਮਰਜੀ ਜਿੰਨੇ ਮਰਜੀ ਜੀਵ ਕਰ ਲੈਣ, ਸਭ ਦਾ ਉਧਾਰ ਹੋ ਜਾਂਦਾ ਹੈ। ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਦੇ, ਸ੍ਰਿਸ਼ਟੀ ਨੂੰ ਤਾਰਨ ਦੇ, ਮੁਕਤ ਕਰਨ ਦੀ ਸਮਰੱਥਾ ਹੈ ਬ੍ਰਹਮ ਗਿਆਨੀਆਂ ਦੇ ਕੋਲ। ਪਰ ਮਹਾਰਾਜ ਕਹਿੰਦੇ ਹਰ ਕੋਈ ਨਹੀਂ ਬਣ ਸਕਦਾ, ਕੋਈ ਵਿਰਲਾ ਹੀ ਹੈ। ਕੋਟਨ ਮਹਿ ਨਾਨਕ ਕੋ ਨਾਰਾਇਣ ਜਿਹ ਚੀਤ। ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੈ, ਅੱਧਾ ਜਗਿਆਸੂ ਹੈ ਤੇ ਪੂਰਨ ਬ੍ਰਹਮ ਗਿਆਨੀ ਹੈ। ਇਸ ਲਈ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਮਹਾਰਾਜ ਕਹਿੰਦੇ ਸਭ ਦਾ ਉਧਾਰ ਹੋ ਜਾਂਦਾ ਹੈ। ਭਾਵੇਂ ਪਾਪੀ ਔਗੁਣਾ ਵਾਲਾ, ਭਾਵੇਂ ਜਿੰਨੇ ਮਰਜੀ ਬੁਰੇ ਕਰਮ ਕਰਨ ਵਾਲਾ ਕੋਈ ਸੰਗਤ ਕਰ ਲਵੇ, ਉਹਦਾ ਵੀ ਉਧਾਰ ਹੋ ਜਾਂਦਾ ਹੈ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹਨ, ਬ੍ਰਹਮ ਗਿਆਨੀ ਨੂੰ ਸਾਰਾ ਸੰਸਾਰ ਜਪਦਾ ਹੈ। ਹਰ ਕੋਈ ਜਪਦਾ ਹੈ, ਕਿਉਂਕਿ ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜੋ ਵਾਹਿਗੁਰੂ ਨੂੰ ਪਿਆਰਾ, ਹਿਰਦੇ ਦਾ ਪਿਆਰ ਵਾਲਾ, ਪਰਮੇਸ਼ਰ ਨੂੰ ਭਾਵਦਾ ਹੈ, ਉਹ ਹਰ ਕਿਸੇ ਨੂੰ ਭਾਵਦਾ ਹੈ। ਹਰ ਕੋਈ ਫਿਰ ਉਹਨੂੰ ਚੇਤੇ ਕਰਦਾ, ਹਰ ਕੋਈ ਉਹਨੂੰ ਯਾਦ ਕਰਦਾ। ਸਾਧ ਸੰਗਤ ਜੀ, ਬ੍ਰਹਮ ਗਿਆਨੀ ਭਾਵੇਂ ਸਰੀਰ ਕਰਕੇ ਅੱਜ ਸਾਡੇ ਕੋਲ ਨਹੀਂ ਹੈ ਬੰਦਗੀ ਕਰਨ ਵਾਲੇ ਸਤਿਪੁਰਸ਼, ਪਰ ਯਾਦ ਉਹਨਾਂ ਦੀ ਸਦਾ ਸਾਡੇ ਕੋਲ ਬਰਕਰਾਰ ਹੈ। ਮਹਾਰਾਜ ਕਹਿੰਦੇ ਰਹਿੰਦੀ ਦੁਨੀਆ ਤੱਕ ਤੇ ਇਹਨਾਂ ਨੂੰ ਯਾਦ ਕੀਤਾ ਜਾਵੇਗਾ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਣਾ ਕੀਤਾ। ਇਸ ਕਰਕੇ ਪਾਤਸ਼ਾਹ ਕਹਿੰਦੇ ਹਨ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਸਾਰਾ ਸੰਸਾਰ ਹੀ ਉਹਨਾਂ ਨੂੰ ਜਪਦਾ ਹੈ, ਚੇਤੇ ਕਰਦਾ ਹੈ। ਬ੍ਰਹਮ ਗਿਆਨੀ ਕਾ ਏਕੈ ਰੰਗ। ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਕੇਵਲ ਇੱਕ ਪਰਮੇਸ਼ਰ ਦਾ ਪ੍ਰੇਮ ਦਾ ਰੰਗ ਲੱਗਾ ਰਹਿੰਦਾ ਹੈ। ਇੱਕ ਹੈ ਰੰਗ, ਇੱਕ ਪਰਮੇਸ਼ਰ ਦੇ ਨਾਮ ਦਾ ਆਨੰਦ ਬਣਿਆ ਰਹਿੰਦਾ ਹੈ, ਇੱਕ ਵਾਹਿਗੁਰੂ ਦੇ ਨਾਮ ਦਾ ਹੀ ਰੰਗ ਹੈ। ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਦੇ ਨਾਲ ਅੰਗ ਸੰਗ ਹੋ ਕਰਕੇ ਸਦਾ ਹੀ ਪਰਮਾਤਮਾ ਵਸਦਾ ਹੈ। ਬ੍ਰਹਮ ਗਿਆਨੀ ਕਾ ਇੱਕ ਹੈ ਰੰਗ, ਅਥਵਾ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਜਿੰਨੇ ਵੀ ਰੰਗ ਹਨ ਇੱਕ ਪਰਮਾਤਮਾ ਦੇ ਹੀ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ। ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਦੇ ਭਾਣੇ ਵਿੱਚ ਚੱਲਦੇ ਹਨ, ਕਿ ਭਾਵੇਂ ਕਿਸੇ ਵੀ ਰੰਗ ਦੇ ਵਿੱਚ ਹੈ, ਪ੍ਰਮਾਤਮਾ ਤੋਂ ਆਪ ਹੀ ਪਾਣੀ ਰੂਪ ਹੋ ਕਰਕੇ, ਜਿਵੇਂ ਪਾਣੀ ਨੂੰ ਕਿਸੇ ਤਰ੍ਹਾਂ ਦੇ ਰੰਗ ਵਿੱਚ ਮਿਲਾ ਦੇਈਏ ਉਸੇ ਤਰ੍ਹਾਂ ਦਾ ਹੀ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਹਿ ਇੱਕ ਹੈ ਰੰਗ, ਇੱਕ ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਆਨੰਦ ਬਣਿਆ ਰਹਿੰਦਾ ਤੇ ਪ੍ਰਮਾਤਮਾ ਸਦਾ ਹੀ ਉਹਨਾਂ ਦੇ ਨਾਲ ਵਸਦਾ ਹੈ।
ਬ੍ਰਹਮ ਗਿਆਨੀ ਕੈ ਵਸੈ ਪ੍ਰਭ ਸੰਗ। ਬ੍ਰਹਮ ਗਿਆਨੀ ਦੇ ਨਾਲ ਸਦਾ ਹੀ ਪਰਮੇਸ਼ਰ ਵਸਦਾ ਹੈ। ਮਹਾਰਾਜ ਕਹਿੰਦੇ ਤਿਨਾਂ ਨੇ ਨਿਸ਼ਚੈ ਕਰਕੇ ਜਾਣਿਆ ਹੈ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਬ੍ਰਹਮ ਗਿਆਨੀ ਨੂੰ ਸਦਾ ਹੀ ਪਰਮੇਸ਼ਰ ਦੇ ਨਾਮ ਦਾ ਆਸਰਾ ਰਹਿੰਦਾ ਹੈ। ਸੰਸਾਰ ਵਿੱਚ ਕੋਈ ਕਿਸੇ ਦਾ ਆਸਰਾ ਤੱਕਦਾ ਹੈ, ਕੋਈ ਕਿਸੇ ਦਾ, ਪਰ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਸਤਿਪੁਰਸ਼ ਕੇਵਲ ਵਾਹਿਗੁਰੂ ਦੇ ਨਾਮ ਦਾ ਆਧਾਰ ਬਣਾਉਂਦਾ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਮਹਾਰਾਜ ਆਪ ਜੀ ਦੇ ਨਾਮ ਦਾ ਹੀ ਸਾਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਆਸਰਾ ਹੈ। ਇਉਂ ਬ੍ਰਹਮ ਗਿਆਨੀ ਨੂੰ ਮਹਾਰਾਜ ਕਹਿੰਦੇ ਹਨ ਕਿ ਪਰਮੇਸ਼ਰ ਦੇ ਨਾਮ ਦਾ ਸਦਾ ਹੀ, ਸਦਾ ਵਾਸਤੇ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ। ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਇਹ ਬ੍ਰਹਮ ਗਿਆਨੀ ਦਾ ਨਾਮ ਹੀ ਅਸਲ ਦੇ ਵਿੱਚ ਪਰਿਵਾਰ ਹੈ। ਨਾਮ ਨੂੰ ਹੀ ਤਿਨਾਂ ਨੇ ਆਪਣਾ ਪਰਿਵਾਰ ਸਮਝਿਆ ਕਿ ਨਾਮ ਹੀ ਸਾਡਾ ਪਰਿਵਾਰ ਹੈ, ਨਾਮ ਹੀ ਸਾਡਾ ਆਧਾਰ ਹੈ। ਫਿਰ ਨਾਮ ਜਪ ਜਪ ਕਰਕੇ ਸ਼ੁਭ ਗੁਣਾ ਰੂਪੀ ਪਰਿਵਾਰ ਨੂੰ ਨਿਸ਼ਚੈ ਕਰਕੇ ਜਾਣਿਆ, ਕਿਉਂਕਿ ਸਖਾ ਸੰਬੰਧੀ ਮਿੱਤਰ ਉਹੋ ਹੀ ਜਾਤ ਸੰਗਤ ਜੀ ਚੰਗਾ ਹੁੰਦਾ ਜਿਹੜਾ ਔਖੇ ਵੇਲੇ ਕੰਮ ਦੇਵੇ, ਸਾਥ ਦੇਵੇ। ਔਕੜ ਵੇਲੇ ਜਿਹੜਾ ਸਾਥ ਛੱਡ ਕੇ ਭੱਜ ਜਾਂਦਾ ਹੈ ਉਹ ਅਸਲ ਮਿੱਤਰ ਨਹੀਂ ਹੁੰਦਾ। ਤੇ ਮਹਾਰਾਜ ਜੀ ਨੇ ਜੀਵ ਦੇ ਸ਼ੁਭ ਗੁਣ ਅਸਲ ਮਿੱਤਰ ਮੰਨੇ ਹੈ। ਜੋ ਜਿਵੇਂ ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ, ਜੇ ਗੁਣ ਹੋਣ ਤਾਂ ਕਟੀਅਨ ਸੇ ਭਾਈ ਸੇ ਵੀਰ। ਜੇਕਰ ਜੀਵ ਦੇ ਪੱਲੇ ਸ਼ੁਭ ਗੁਣ ਹੋਣਗੇ ਤਾਂ ਜਮਾਂ ਦੀ ਫਾਹੀ ਕੱਟੀ ਜਾਵੇਗੀ। ਫਿਰ ਸ਼ੁਭ ਗੁਣ ਹੀ ਜੀਵ ਦੇ ਭਰਾ ਤੇ ਵੀਰ ਹੋਏ ਨਾ, ਮਿੱਤਰ ਹੋਏ ਆ। ਸੰਸਾਰ ਦੇ ਸੰਬੰਧੀ ਨਹੀਂ ਕੋਈ ਅੰਤ ਸਮੇਂ ਜੀਵ ਦੇ ਨਾਲ ਰੱਖਿਆ ਕਰ ਸਕਦੇ। ਇਸ ਕਰਕੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਬ੍ਰਹਮ ਗਿਆਨੀ ਦਾ ਪ੍ਰਵੇਸ਼ਰ ਵਾਹਿਗੁਰੂ ਦਾ ਨਾਮ ਹੀ ਤਿਨਾਂ ਨੇ ਪਰਿਵਾਰ ਨੂੰ ਬਣਾਇਆ ਕਿ ਪਰਮੇਸ਼ਰ ਦਾ ਨਾਮ ਹੀ ਸਾਡੇ ਵਾਸਤੇ ਪਰਿਵਾਰ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ। ਬ੍ਰਹਮ ਗਿਆਨੀ ਕਦੇ ਵੀ ਅਵਿਦਿਆ ਰੂਪ ਨੀਂਦਰਾ ਵਿੱਚ ਨਹੀਂ ਸੌਣਾ ਕਰਦਾ, ਸਦੀਵੀ ਕਾਲ ਦੀ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ। ਗਿਆਨ ਕਰਕੇ ਹਿਰਦੇ ਅੰਦਰ ਪ੍ਰਕਾਸ਼ ਰਹਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਵਿਸ਼ਰਾਮ ਕਰਕੇ ਵੀ, ਸੌਂਦੇ ਆ ਵੀ ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਰਹਿੰਦੇ ਹਨ। ਉਹ ਜਾਗਦੇ ਆ ਤੇ ਰੱਬ ਨੂੰ ਚੇਤੇ ਕਰਦੇ ਰਹਿੰਦੇ ਆ, ਸੁੱਤਿਆਂ ਹੋਇਆਂ ਵੀ। ਤਿਨਾਂ ਪ੍ਰਥਾਏ ਭਗਤ ਰਸਨਾ ਦੁਆਰਾ ਮਹਾਰਾਜ ਜੀ ਦਾ ਬਚਨ ਆਉਂਦਾ ਹੈ, ਕਬੀਰ ਸੁਪਨੈ ਹੋ ਬਰੜਾਏ ਕੈ, ਜੇਹ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮ। ਸੁਪਨੇ ਦੇ ਵਿੱਚ ਵੀ ਬਰੜਾ ਕੇ ਪਰਮੇਸ਼ਰ ਨੂੰ ਯਾਦ ਕਰਨਾ, ਇਹ ਸਾਧ ਸੰਗਤ ਜੀ ਬੰਦਗੀ ਕਰਨ ਵਾਲੇ ਬ੍ਰਹਮ ਬੇਤਿਆਂ ਦੇ ਹਿੱਸੇ ਆਏ ਹੈ। ਇਸ ਪ੍ਰਕਾਰ ਸੁੱਤਦਿਆਂ ਵੀ ਵਾਹੋ ਵਾਹੋ ਕਰੇ, ਉੱਠਦਿਆਂ ਵਾਹੋ ਕਰੇਨ। ਸੁੱਤਿਆਂ ਹੋਇਆਂ ਵੀ ਵਾਹੋ ਅਚਰਜ ਪਰਮਾਤਮਾ ਹੈ, ਪਰਮੇਸ਼ਰ ਹੈ। ਔਰ ਉੱਠ ਕੇ ਵੀ ਰੱਬ ਨੂੰ ਚੇਤੇ ਕਰਦੇ ਰਹਿੰਦੇ ਹਨ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਸਦਾ ਸਦ ਜਾਗਤ, ਕਦੇ ਵੀ ਅਵਿਦਿਆ ਦੀ ਨੀਂਦਰਾ ਵਿੱਚ ਨਹੀਂ ਸੌਣਾ ਕਰਦੇ। ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਜਿਹੜੀ ਹੰਕਾਰ ਵਾਲੀ ਬੁੱਧੀ ਆ ਨਾ ਉਹ ਬ੍ਰਹਮ ਗਿਆਨੀਆਂ ਨੇ ਤਿਆਗੀ ਹੈ। ਨਹੀਂ ਤਾਂ ਰਾਈ ਮਾਤਰ ਥੋੜੀ ਨਾ ਥੋੜਾ ਜਿੰਨਾ ਬੁੱਧੀ ਵਿੱਚ ਹੰਕਾਰ ਰਹਿੰਦਾ ਹੀ ਹੈ। ਪਰ ਜਦੋਂ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ, ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਫਿਰ ਸਾਰਾ ਹੰਕਾਰ ਤਿਆਗ ਦਿੰਦਾ ਹੈ, ਫਿਰ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ, ਅਹੰ ਹੰਕਾਰ ਵਾਲੀ ਬੁੱਧੀ ਦਾ ਤਿਆਗ ਕਰ ਦਿੱਤਾ ਹੈ। ਬ੍ਰਹਮ ਗਿਆਨੀ ਕਾ ਮਨ ਪਰਮਾਨੰਦ। ਬ੍ਰਹਮ ਗਿਆਨੀ ਦੇ ਮਨ ਵਿੱਚ ਹਰ ਸਮੇਂ ਪਰਮ ਆਨੰਦ ਬਣਿਆ ਰਹਿੰਦਾ ਹੈ। ਪਰਮ ਆਨੰਦ ਸਰੂਪ ਦੇ ਵਿੱਚ ਲੀਨ ਹੋ ਕਰਕੇ ਰਹਿੰਦੇ ਹਨ। ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ। ਬ੍ਰਹਮ ਗਿਆਨੀ ਦੇ ਹਿਰਦੇ ਰੂਪ ਘਰ ਦੇ ਵੀ ਸਦਾ ਹੀ ਆਨੰਦ ਖੇੜਾ ਬਣਿਆ ਰਹਿੰਦਾ। ਜਿਵੇਂ ਕੋਈ ਸੰਸਾਰ ਦਾ ਸੁੱਖ ਪ੍ਰਾਪਤ ਕਰ ਲਵੇ, ਦੁੱਖਾਂ ਵਿੱਚ ਤਬਦੀਲ ਹੋ ਜਾਂਦਾ, ਪਰ ਆਨੰਦ ਇੱਕ ਸਮਾਨ, ਇੱਕ ਰਸ ਰਹਿੰਦਾ। ਇੱਕ ਰਸ ਵਾਹਿਗੁਰੂ ਦੇ ਸਰੂਪ ਦਾ ਆਨੰਦ ਬ੍ਰਹਮ ਗਿਆਨੀ ਦੇ ਹਿਰਦੇ ਘਰ ਦੇ ਵਿੱਚ ਰਹਿੰਦਾ ਹੈ।
ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਸੁਖ ਸਰੂਪ ਪਰਮਾਤਮਾ ਦੇ ਵਿੱਚ ਹਰ ਸਮੇਂ ਬ੍ਰਹਮ ਗਿਆਨੀ ਦਾ ਨਿਵਾਸ ਰਹਿੰਦਾ ਹੈ। ਕਦੇ ਪਰਮਾਤਮਾ ਤੋਂ ਅਲੱਗਾ ਨਹੀਂ ਹੋਣਾ ਕਰਦੇ। ਤਨ ਕਰਕੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਸੁਖ ਸਰੂਪ ਦੇ ਵੀ ਸਮਾਏ ਰਹਿੰਦੇ ਹਨ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦਾ ਕਦੇ ਨਾਸ਼ ਨਹੀਂ ਕੋਈ ਕਰ ਸਕਦਾ। ਮਹਾਰਾਜ ਕਹਿੰਦੇ ਵਿਸ਼ੇਸ਼ ਕਰਕੇ ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ ਕੋਈ ਉਹਨਾਂ ਨੂੰ ਨਾਸ਼ ਨਹੀਂ ਕਰ ਸਕਦਾ। ਜੋ ਕੁਝ ਵੀ ਸੰਸਾਰ ਵਿੱਚ ਪੈਦਾ ਹੋਇਆ ਸਭ ਕੁਝ ਨਾਸ਼ਵਾਨ ਹੈ, ਜੋ ਵੀ ਉਤਪਤੀ ਹੋਈ ਹੈ। ਪਰ ਇੱਕ ਬ੍ਰਹਮ ਗਿਆਨੀ ਹੈ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੋ ਗਿਆ ਹੈ, ਬ੍ਰਹਮ ਦਾ ਹੀ ਸਰੂਪ ਬਣ ਗਿਆ ਹੈ। ਉਹਨੂੰ ਕੋਈ ਮਾਰ ਨਹੀਂ ਸਕਦਾ, ਉਹ ਕਦੇ ਵੀ ਨਾਸ਼ ਹੋਣ ਵਾਲਾ ਨਹੀਂ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬ੍ਰਹਮ ਗਿਆਨੀ ਦੀ ਜੋ ਅਵਸਥਾ ਵਾਲਾ ਸਤਿਪੁਰਸ਼ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਉਹ ਬ੍ਰਹਮ ਦਾ ਬੇਤਾ, ਬ੍ਰਹਮ ਨੂੰ ਜਾਣਨ ਵਾਲਾ ਹੈ। ਅਸਲ ਦੇ ਵਿੱਚ ਬ੍ਰਹਮ ਨੂੰ ਜਾਣਨ ਵਾਲਾ ਹੀ ਬ੍ਰਹਮ ਗਿਆਨੀ ਹੋ ਸਕਦਾ ਹੈ। ਜਦੋਂ ਤੱਕ ਜੀਵ ਈਸ਼ ਦੀ ਏਕਤਾ ਨਹੀਂ ਕਥਨ ਕਰਦਾ, ਹਰ ਸਮੇਂ ਦੁੰਦਵਾਦ ਹੀ ਬਣਾਈ ਰੱਖਦਾ, ਭਿੰਨਤਾ ਹੀ ਕਥਨ ਕਰਦਾ ਰਹਿੰਦਾ, ਮਹਾਰਾਜ ਕਹਿੰਦੇ ਉਹ ਬ੍ਰਹਮ ਗਿਆਨੀ ਨਹੀਂ ਹੋ ਸਕਦਾ। ਬ੍ਰਹਮ ਕਾ ਬੇਤਾ, ਹਰ ਸਮੇਂ ਬ੍ਰਹਮ ਦਾ ਬੇਤਾ ਕਥਨ ਕਰਨ ਵਾਲਾ, ਬ੍ਰਹਮ ਸਰੂਪ ਨੂੰ ਜਾਣਨ ਵਾਲਾ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਏਕ ਸੰਗ ਹੇਤਾ। ਤੇ ਬ੍ਰਹਮ ਗਿਆਨੀ ਦਾ ਕੇਵਲ ਇੱਕ ਪਰਮਾਤਮਾ ਦੇ ਨਾਲ ਹੀ ਹਿੱਤਾ ਪਿਆਰ ਹੁੰਦਾ ਹੈ, ਇੱਕ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਪ੍ਰੇਮ ਹੈ। ਬ੍ਰਹਮ ਗਿਆਨੀ ਕਾ ਹੋਏ ਅਚਿੰਤ। ਅਚਨਚੇਤ ਸੁਭਾਵਕ ਹੀ ਬ੍ਰਹਮ ਗਿਆਨੀ ਦੇ ਹਿਰਦੇ ਦੇ ਇੱਕ ਪਰਮਾਤਮਾ ਦੀ ਨਾਮ ਦੀ ਧੁਨੀ ਚੱਲਦੀ ਰਹਿੰਦੀ ਹੈ, ਪਰਮਾਤਮਾ ਦਾ ਸਿਮਰਨ ਹੁੰਦਾ ਰਹਿੰਦਾ ਹੈ ਹਰ ਸਮੇਂ ਹਿਰਦੇ ਅੰਦਰ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਨਾ ਹੈ। ਮਹਾਰਾਜ ਕਹਿੰਦੇ ਸੁਭਾਵਕ ਹੀ ਵਾਹਿਗੁਰੂ ਦਾ ਅਚਿੰਤ ਜੋ ਸਰੂਪ ਹੈ, ਜੋ ਚਿੰਤਨ ਕਰਨ ਵਾਲਾ ਪਰਮਾਤਮਾ ਜੀ ਦਾ ਸਰੂਪ ਹਿਰਦੇ ਅੰਦਰ ਪਰਮੇਸ਼ਰ ਦੀ ਜਾਤ ਬਣੀ ਰਹਿੰਦੀ ਹੈ। ਫਿਰ ਅਚਿੰਤ ਚਿੰਤਾ ਤੋਂ ਰਹਿਤ ਹੋ ਕਰਕੇ ਰਹਿੰਦੇ ਹੈ, ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਮਨ ਵਿੱਚ ਹੁੰਦੀ। ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਦਾ ਜਿਹੜਾ ਮਸ਼ਵਰਾ ਸਲਾਹ ਹੈ ਨਾ, ਮੰਤ ਸਲਾਹ ਹੈ, ਮੰਤ ਉਪਦੇਸ਼ ਹੈ, ਉਹ ਨਿਰਮਲ ਹੈ, ਉਜਲ ਹੈ। ਜੋ ਵੀ ਕੋਈ ਪ੍ਰਾਣਧਾਰੀ ਜੀਵ ਬ੍ਰਹਮ ਗਿਆਨੀ ਦਾ ਉਪਦੇਸ਼ ਜੀਵਨ ਦੇ ਵਿੱਚ ਧਾਰਨ ਕਰ ਲਵੇ ਉਹ ਉਜਲ ਬਣ ਜਾਂਦਾ ਹੈ। ਕਿਉਂਕਿ ਜਿਹਦੇ ਮਨ ਦੇ ਵਿੱਚ ਕੋਈ ਤਮਾ ਨਹੀਂ, ਰਾਈ ਮਾਤਰ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ ਹੈ, ਉਜਲ ਹੈ। ਉਹਦਾ ਬਚਨ ਵੀ ਨਿਕਲਿਆ ਹੋਇਆ ਮੁਖ ਤੋਂ ਉਜਲ ਹੁੰਦਾ ਹੈ। ਤੇ ਜੋ ਉਜਲ ਬਚਨ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ ਉਹ ਹਿਰਦਾ ਵੀ ਉਜਲ ਹੋ ਜਾਂਦਾ ਹੈ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ। ਪਰਮਾਤਮਾ ਜਿਸ ਜੀਵ ਨੂੰ ਬ੍ਰਹਮ ਗਿਆਨੀ ਕਰ ਦੇਵੇ ਕਿ ਇਹ ਬ੍ਰਹਮ ਗਿਆਨੀ ਹੈ, ਹਿਰਦੇ ਅੰਦਰ ਬ੍ਰਹਮ ਦਾ ਗਿਆਨ ਕਰਾ ਦੇਵੇ, ਪਰਮਾਤਮਾ ਆਪ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਜਿਸ ਨੂੰ ਬ੍ਰਹਮ ਗਿਆਨੀ ਬਣਾ ਦੇਵੇ। ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਹਜੂਰ ਕਹਿੰਦੇ ਉਹ ਬ੍ਰਹਮ ਗਿਆਨੀ ਬਣ ਸਕਦਾ ਤੇ ਉਹਦਾ ਫਿਰ ਪ੍ਰਤਾਪ ਸਭ ਸੰਸਾਰ ਦੇ ਨਾਲੋਂ ਵੱਡਾ ਹੁੰਦਾ ਹੈ। ਵੱਡ ਪ੍ਰਤਾਪ, ਭਾਵੇਂ ਜਿੰਨਾ ਮਰਜ਼ੀ ਕੋਈ ਪ੍ਰਤਾਪੀ ਰਾਜਾ ਹੋਵੇ, ਮਹਾਰਾਜਾ, ਬਾਦਸ਼ਾਹ ਹੋਵੇ, ਭਾਵੇਂ ਕੋਈ ਦੇਵੀ ਦੇਵਤਾ ਹੋਵੇ, ਦੇਵੀ ਸ਼ਕਤੀਆਂ ਵਾਲਾ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਵੱਡ ਪ੍ਰਤਾਪ, ਵੱਡਾ ਪ੍ਰਤਾਪ ਵਾਲਾ ਹੁੰਦਾ ਜੋ ਬ੍ਰਹਮ ਗਿਆਨੀ ਹੁੰਦਾ ਹੈ। ਉਹਨਾਂ ਦੇ ਪ੍ਰਤਾਪ ਨੂੰ ਝੱਲਿਆ ਨਹੀਂ ਜਾ ਸਕਦਾ, ਉਹਨਾਂ ਦੇ ਸਮਾਨ ਕੋਈ ਦੁਨੀਆ ਦਾ ਪ੍ਰਤਾਪ ਨਹੀਂ ਹੋ ਸਕਦਾ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ। ਬ੍ਰਹਮ ਗਿਆਨ ਦੀ ਅਵਸਥਾ ਵਾਲੇ ਸਤਿਪੁਰਸ਼ਾਂ ਦਾ ਦਰਸ਼ਨ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ। ਬਿਨਾਂ ਭਾਗਾਂ ਤੋਂ ਬ੍ਰਹਮ ਗਿਆਨੀ ਦੇ ਦਰਸ਼ਨ ਵੀ ਨਹੀਂ ਪ੍ਰਾਪਤ ਹੁੰਦੇ। ਜੇ ਭਾਗ ਜਾਗਣ ਤਾਂ ਸਾਧ ਸੰਗਤ ਜੀ ਭਾਵਨਾ ਦੇ ਨਾਲ ਦਰਸ਼ਨ ਪ੍ਰਾਪਤ ਹੁੰਦੇ ਆ। ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਮਹਾਰਾਜ ਆਖ ਰਹੇ ਨੇ ਬ੍ਰਹਮ ਗਿਆਨੀ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ, ਇਹ ਗੁਰਸਿੱਖੋ ਕੁਰਬਾਨ ਜਾਣਾ ਚਾਹੀਦਾ ਹੈ। ਬ੍ਰਹਮ ਗਿਆਨੀ ਕੋ ਖੋਜਹਿ ਮਹੇਸ਼ਵਰ। ਬ੍ਰਹਮ ਗਿਆਨੀ ਨੂੰ ਤਾਂ ਮਹੇਸ਼ਵਰ ਸ਼ਿਵ ਜੀ ਵੀ ਖੋਜਦਾ ਕਿ ਦਰਸ਼ਨ ਕਰਕੇ ਮੈਂ ਜੀਵਨ ਸਫਲ ਬਣਾ ਲਵਾਂ, ਪਰ ਨਹੀਂ ਪ੍ਰਾਪਤ ਹੁੰਦੇ। ਇਸ ਕਰਕੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੋ
ਖੋਜਹਿ ਮਹੇਸ਼ਵਰ। ਇਉਂ ਮਹੇ ਧਰਤੀ ਦੇ ਈਸ਼ਰ ਮਾਲਕ ਜਿਹੜੇ ਰਾਜੇ ਮਹਾਰਾਜੇ ਉਹ ਵੀ ਖੋਜਦੇ ਪਏ ਐ ਪੂਰਨ ਬ੍ਰਹਮ ਗਿਆਨੀ ਦੇ ਦਰਸ਼ਨ ਪ੍ਰਾਪਤ ਹੋ ਜਾਣ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ। ਪਰਮੇਸ਼ਰ ਬ੍ਰਹਮ ਗਿਆਨੀ ਹੈ ਤੇ ਬ੍ਰਹਮ ਗਿਆਨੀ ਪਰਮੇਸ਼ਰ ਹੈ। ਬ੍ਰਹਮ ਗਿਆਨੀ ਕੀ ਕੀਮਤ ਨਾਹੀ। ਬ੍ਰਹਮ ਗਿਆਨੀ ਦੀ ਕੋਈ ਜਿਹੜੀ ਅਵਸਥਾ ਉਹਦੀ ਕੀਮਤ ਨਹੀਂ ਕੋਈ ਕਥਨ ਕਰ ਸਕਦਾ। ਕਿੰਨੀ ਕੁ ਵੱਡੀ ਕੀਮਤ ਹੈ, ਕਿੰਨੀ ਉੱਚੀ ਅਵਸਥਾ ਹੈ। ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਨੇ ਬ੍ਰਹਮ ਗਿਆਨੀ ਕੀ ਕੀਮਤ ਨਾਹੀ। ਸੰਸਾਰ ਭਰ ਦੀਆਂ ਜਿੰਨੀਆਂ ਵੀ ਕੀਮਤਾਂ ਨੇ ਸਭ ਥੋੜੀਆਂ ਹਨ। ਸੰਸਾਰ ਭਰ ਦੇ ਭਾਵੇਂ ਧਨ ਪਦਾਰਥ ਸਾਜੋ ਸਮਾਨ ਭਾਵੇਂ ਵਡਮੁੱਲੇ ਪਦਾਰਥਾਂ ਦੀ ਕੀਮਤ ਲਾ ਦੇਵੋ ਪਰ ਬ੍ਰਹਮ ਗਿਆਨੀ ਦੇ ਤੁਲ ਨਹੀਂ ਪੁੱਜ ਸਕਦੀ। ਬ੍ਰਹਮ ਗਿਆਨੀ ਕਾ ਸਾਗਲ ਮਨ ਮਾਹੇ। ਹਜੂਰ ਕਹਿੰਦੇ ਹਨ ਕਿ ਬ੍ਰਹਮ ਗਿਆਨੀ ਦਾ ਜੋ ਪ੍ਰਭਾਵ ਹੈ ਸਭ ਦੇ ਮਨਾਂ ਦੇ ਵਿੱਚ ਹੈ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਕਿ ਨਿਸ਼ਚੈ ਕਰਕੇ ਜਾਣਨਾ ਕੀਤਾ ਕਿ ਸਭ ਦੇ ਅੰਦਰ ਇੱਕ ਪਰਮਾਤਮਾ ਹੀ ਹੈ। ਬ੍ਰਹਮ ਗਿਆਨੀ ਆਪ ਸਭ ਮਨਾਂ ਦੇ ਵਿੱਚ ਵਰਤ ਰਿਹਾ ਹੈ ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ ਤੇ ਪਰਮੇਸ਼ਰ ਦੀ ਜੋਤ ਹੀ ਸਭ ਦੇ ਅੰਦਰ ਵਰਤ ਰਹੀ ਹੈ। ਸਗਲ ਮਨ ਮਾਹੇ ਸਭ ਮਨਾਂ ਦੇ ਵਿੱਚ ਘਟਾਂ ਘਟਾਂ ਦੇ ਵਿੱਚ ਬ੍ਰਹਮ ਗਿਆਨੀ ਆਪ ਵਰਤ ਰਿਹਾ ਹੈ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ। ਹਜੂਰ ਕਹਿੰਦੇ ਗੁਰਸਿੱਖੋ ਬ੍ਰਹਮ ਗਿਆਨੀ ਦੇ ਭੇਦ ਨੂੰ ਕੌਣ ਜਾਣ ਸਕਦਾ ਹੈ। ਕੋਈ ਮਰਮ ਨੂੰ ਜਾਣ ਹੀ ਨਹੀਂ ਸਕਦਾ, ਕੋਈ ਭੇਦ ਨੂੰ ਨਹੀਂ ਜਾਣ ਸਕਦਾ। ਨਾ ਪਹਿਲਾਂ ਕਿਸੇ ਨੇ ਜਾਣਿਆ ਸੀ, ਨਾ ਹੁਣ ਜਾਣ ਸਕਦਾ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਭੇਦ ਨੂੰ ਜਾਣ ਸਕੇਗਾ। ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਇਸ ਲਈ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਨੂੰ ਸਦਾ ਹੀ ਆਦੇਸ਼ ਨਮਸਕਾਰ ਕਰਨੀ ਚਾਹੀਦੀ ਹੈ। ਜੋ ਬ੍ਰਹਮ ਗਿਆਨੀ ਨੂੰ ਨਮਸਕਾਰ ਉਹ ਪਰਮਾਤਮਾ ਨੂੰ ਹੀ ਨਮਸਕਾਰ ਹੋ ਰਹੀ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਪਰਮੇਸ਼ਰ ਆਪ ਬ੍ਰਹਮ ਗਿਆਨੀ ਹੈ ਤੇ ਫਿਰ ਪਰਮੇਸ਼ਰ ਦੇ ਭੇਦ ਨੂੰ ਨਹੀਂ ਕੋਈ ਜਾਣ ਸਕਦਾ ਤੇ ਬ੍ਰਹਮ ਗਿਆਨੀ ਪਰਮੇਸ਼ਰ ਰੂਪ ਹੋਏ ਨੂੰ ਕੌਣ ਭੇਦ ਕਥਨ ਕਰ ਸਕੇਗਾ। ਨਾਮੁਮਕਿਨ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਸਦਾ ਹੀ ਨਮਸਕਾਰ ਕਰਨੀ ਚਾਹੀਦੀ ਹੈ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ। ਬ੍ਰਹਮ ਗਿਆਨੀ ਦੀ ਅਵਸਥਾ ਦਾ ਅੱਧਾ ਅੱਖਰ ਵੀ ਕਥਨ ਨਹੀਂ ਕੀਤਾ ਜਾ ਸਕਦਾ। ਕਿੰਨੀ ਵੱਡੀ ਉੱਚੀ ਅਵਸਥਾ ਹੈ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ। ਅੱਧਾ ਅੱਖਰ ਵੀ ਬਹੁਤੇ ਵਚਨ ਤਾਂ ਕੀ ਆਖਣੇ ਹੈ। ਅੱਧਾ ਅੱਖਰ ਮਾਤਰ ਵੀ ਮਹਾਰਾਜ ਕਹਿੰਦੇ ਉਹਨਾਂ ਦੀ ਅਵਸਥਾ ਨੂੰ ਕੋਈ ਕਥਨ ਨਹੀਂ ਕੀਤਾ ਜਾ ਸਕਦਾ। ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਕਿਉਂਕਿ ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਸਾਰੀ ਸ੍ਰਿਸ਼ਟੀ ਦੇ ਉੱਪਰ ਮਾਲਕੀਅਤ ਪਰਮਾਤਮਾ ਦੀ ਹੈ, ਬ੍ਰਹਮ ਗਿਆਨੀ ਦੀ ਹੈ। ਬ੍ਰਹਮ ਗਿਆਨੀ ਦੀ ਸਾਰੀ ਸ੍ਰਿਸ਼ਟੀ ਦੇ ਉੱਪਰ ਮਾਲਕੀਅਤ ਹੈ। ਸਭ ਥਾਵਾਂ ਤੇ ਹੁਕਮ ਪਰਮੇਸ਼ਰ ਦਾ ਹੈ ਤੇ ਪਰਮੇਸ਼ਰ ਰੂਪ ਹੋਏ ਬ੍ਰਹਮ ਦੇ ਵਿੱਚ ਲੀਨ ਹੋਏ ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਸਭ ਦੇ ਉੱਪਰ ਮਾਲਕੀਅਤ ਪਰਮੇਸ਼ਰ ਦੇ ਪਿਆਰਿਆਂ ਦੀ ਹੈ। ਸਭ ਥਾਵਾਂ ਤੇ ਉਹਨਾਂ ਦੀ ਗਮਤਾ ਹੈ। ਛਿਨ ਮਾਤਰ ਸਮੇਂ ਵਿੱਚ ਕਿਸੇ ਵੀ ਥਾਂ ਤੇ ਜਾ ਸਕਦੇ ਹਨ। ਸਾਰੀ ਸ੍ਰਿਸ਼ਟੀ ਨੂੰ ਬ੍ਰਹਮ ਗਿਆਨੀ ਨੇ ਆਪਣੇ ਹੁਕਮ ਰੂਪੀ ਨੱਥ ਵਿੱਚ ਨੱਥਿਆ ਹੈ। ਜਿਵੇਂ ਚਾਹੇ ਜਦੋਂ ਚਾਹਣ ਸੰਸਾਰ ਦੇ ਜੀਵਾਂ ਤੋਂ ਕਰਾ ਸਕਦੇ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਦੇ ਮਾਲਕ ਹਨ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਦੀ ਮਿਤ ਮਰਜ਼ਾਦਾ ਨੂੰ ਕੌਣ ਕਥਨ ਕਰ ਸਕਦਾ ਹੈ। ਭਾਵ ਕਿਸੇ ਵੀ ਸਮਰੱਥਾ ਨਹੀਂ ਹੈ। ਜੋ ਵਾਹਿਗੁਰੂ ਦਾ ਰੂਪ ਹੋਏ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਤਿਨਾਂ ਦੀ ਮਰਜ਼ਾਦਾ ਨੂੰ ਕੋਈ ਕਥਨ ਕਰ ਸਕੇ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਦੀ ਜਿਹੜੀ ਗਤੀ ਮਰਜ਼ਾਦਾ ਹੈ ਜਾਂ ਫਿਰ ਅਵਸਥਾ ਹੈ ਉਹ ਬ੍ਰਹਮ ਗਿਆਨੀ ਆਪ ਜਾਣਦਾ ਹੈ। ਹੋਰ ਕੋਈ ਦੂਜੀ ਅਵਸਥਾ ਵਾਲਾ ਜੀਵ ਨਾ ਕੋਈ ਜਾਣ ਸਕਦਾ ਸੀ ਨਾ ਜਾਣਦਾ ਹੈ
ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਜਾਣ ਸਕੇਗਾ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ। ਹਜੂਰ ਕਹਿੰਦੇ ਹਨ ਕਿ ਬ੍ਰਹਮ ਗਿਆਨੀ ਦੇ ਸਰੂਪ ਦਾ, ਗੁਣਾਂ ਦਾ, ਗਿਆਨ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਨਾਨਕ ਬ੍ਰਹਮ ਗਿਆਨੀ ਕਾ ਸਦਾ ਨਮਸਕਾਰ। ਇਸ ਕਰਕੇ ਬ੍ਰਹਮ ਗਿਆਨੀ ਨੂੰ ਰੱਬ ਦਾ ਰੂਪ ਜਾਣ ਕੇ ਸਦਾ ਹੀ ਨਮਸਕਾਰ ਕਰਨੀ ਚਾਹੀਦੀ ਹੈ। ਸੰਸਾਰ ਭਰ ਦੇ ਤਮਾਮ ਸਭ ਜੀਵ ਨਮਸਕਾਰਾਂ ਕਰਦੇ ਹੈ। ਮਹਾਰਾਜ ਕਹਿੰਦੇ ਸਦਾ ਹੀ ਨਮਸਕਾਰ ਕਰਨੀ ਬਣਦੀ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਸਾਰੀ ਸ੍ਰਿਸ਼ਟੀ ਦਾ ਕਰਤਾ। ਕਰਤਾ ਕਹਿੰਦੇ ਇਹਨੂੰ ਕਰਨਹਾਰੇ ਨੂੰ। ਜਿਵੇਂ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ ਪਰਮਾਤਮਾ, ਜਿਸ ਨੇ ਆਪਣੇ ਸਰੂਪ ਤੋਂ ਜਗਤ ਰੂਪ ਬਾਲਕ ਨੂੰ ਜਨਮ ਦਿੱਤਾ ਹੈ, ਸਾਰੇ ਜਗਤ ਨੂੰ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਇਉਂ ਬ੍ਰਹਮ ਗਿਆਨੀ ਵੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਕਿਉਂਕਿ ਪਰਮੇਸ਼ਰ ਆਪ ਬ੍ਰਹਮ ਗਿਆਨੀ ਦੇ ਵਿੱਚ ਹੈ। ਬ੍ਰਹਮ ਗਿਆਨੀ ਪਰਮਾਤਮਾ ਦਾ ਰੂਪ ਹੈ। ਤੇ ਸਾਰੀ ਸ੍ਰਿਸ਼ਟੀ ਦਾ ਕਰਨਹਾਰਾ ਕੌਣ ਹੈ? ਕਰਤਾ। ਕਰਤਾ ਕੌਣ ਹੈ? ਬ੍ਰਹਮ ਗਿਆਨੀ। ਤੇ ਬ੍ਰਹਮ ਗਿਆਨੀ ਕੀ ਹੈ? ਪਰਮਾਤਮਾ। ਇਸ ਕਰਕੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਸਦੀਵੀ ਕਾਲ ਵਾਸਤੇ ਜੀਵਤ ਹੈ, ਕਦੇ ਵੀ ਨਹੀਂ ਮਰਨ ਵਾਲਾ। ਕੋਈ ਮਾਰਨ ਦਾ ਯਤਨ ਕਰੇ ਤਾਂ ਵੀ ਬ੍ਰਹਮ ਗਿਆਨੀ ਨੂੰ ਮਾਰ ਨਹੀਂ ਸਕਦਾ। ਸਰੀਰ ਦੀ ਇਹ ਮਰਜ਼ਾਦਾ ਹੈ। ਪੰਜ ਭੌਤਿਕ ਸਰੀਰ ਭਾਵੇਂ ਤਿਆਗ ਵੀ ਦਿੰਦੇ ਹੈ, ਪਰ ਸਾਧ ਸੰਗਤ ਜੀ ਯਾਦ ਉਹਨਾਂ ਦੀ ਸਦੀਵੀ ਕਾਲ ਵਾਸਤੇ ਹੈ। ਜਦੋਂ ਚਾਹੇ ਆਪਣੇ ਸਰੀਰ ਨੂੰ ਵੀ ਪ੍ਰਗਟ ਕਰ ਸਕਦੇ ਹੈ। ਐਸੀ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੀ ਅਵਸਥਾ ਹੈ, ਕਦੇ ਮਰਨ ਵਾਲੇ ਨਹੀਂ ਹੈ, ਸਦੀਵੀ ਕਾਲ ਵਾਸਤੇ ਸਦਾ ਵਾਸਤੇ ਰਹਿਣ ਵਾਲੇ ਹਨ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ ਮੁਕਤੀ ਦੀ ਜੁਗਤੀ ਦੇਣ ਵਾਲਾ ਦਾਤਾ ਬ੍ਰਹਮ ਗਿਆਨੀ ਹੈ। ਕਿਉਂਕਿ ਜੋ ਆਪ ਮੁਕਤ ਹੈ ਨਾ, ਉਹ ਹੀ ਦੂਜਿਆਂ ਨੂੰ ਮੁਕਤ ਕਰ ਸਕਦਾ ਹੈ। ਜੋ ਆਪ ਸੰਸਾਰ ਦੀ ਮੋਹ ਮਮਤਾ ਦੇ ਬੰਧਨਾਂ ਵਿੱਚ ਪਿਆ ਹੋਇਆ, ਉਹ ਦੂਜਿਆਂ ਨੂੰ ਕਿਵੇਂ ਮੁਕਤ ਕਰ ਸਕਦਾ ਹੈ? ਇਸ ਲਈ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਮੁਕਤ ਜੁਗਤ ਜੀਅ ਕਾ ਦਾਤਾ। ਜੀਵਨ ਦਾਨ ਦੇਣ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਪੂਰਨ ਪੁਰਖ ਪਰਮਾਤਮਾ ਦਾ ਰੂਪ ਬ੍ਰਹਮ ਗਿਆਨੀ ਹੈ, ਜੋ ਫਲ ਵਰਦਾਤਾ ਹੈ। ਜੋ ਵੀ ਮਨ ਇੱਛਤ ਫਲ ਮੰਗਦਾ, ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਤੋਂ ਪ੍ਰਾਪਤ ਹੋ ਸਕਦਾ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ, ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਤੇ ਹਜੂਰ ਨੇ ਬਚਨ ਕੀਤਾ ਸੀ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜਾ ਕਰਕੇ ਬੇਨਤੀ ਕਰੋ। ਹੱਥ ਜੋੜ ਕਰਕੇ ਬੇਨਤੀ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ ਜੀਵਨ ਦਾਨ ਦੇਣ ਵਾਲਾ ਵੀ ਬ੍ਰਹਮ ਗਿਆਨੀ ਹੈ, ਮੁਕਤੀ ਦੀ ਜੁਗਤੀ ਦੇਣ ਵਾਲਾ ਵੀ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਅਨਾਥ ਕਾ ਨਾਥ। ਬ੍ਰਹਮ ਗਿਆਨੀ ਅਨਾਥਾਂ ਦਾ ਨਾਥ ਮਾਲਕ ਹੈ। ਜਿਹੜੇ ਯਤੀਮ ਹਨ, ਅਨਾਥ ਹਨ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਬਣਦਾ, ਉਹਨਾਂ ਦਾ ਸਹਾਰਾ, ਬੇਸਹਾਰਿਆਂ ਦਾ ਸਹਾਰਾ, ਅਨਾਥਾਂ ਦਾ, ਯਤੀਮਾਂ ਦਾ ਮਾਲਕ ਤੇ ਇਹਨਾਂ ਦਾ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਦਾ ਸਾਰੀ ਸ੍ਰਿਸ਼ਟੀ ਦੇ ਉੱਪਰ ਹੱਥ ਹੈ। ਕਿਉਂਕਿ ਜਿਵੇਂ ਪਰਮਾਤਮਾ ਦੀ ਕਿਰਪਾ ਹੀ ਹੈ ਨਾ ਕਿ ਜਿਹੜੇ ਜੀਵ ਚੱਲਦੇ ਫਿਰਦੇ ਖਾਂਦੇ ਪਹਿਨਦੇ ਗੱਲਾਂ ਬਾਤਾਂ ਕਰਦੇ ਹਨ, ਇਹ ਪਰਮਾਤਮਾ ਦਾ ਕਿਰਪਾ ਦਾ ਹੱਥ ਹੈ। ਕਿ ਪਰਮਾਤਮਾ ਦੀ ਕਿਰਪਾ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਸਭ ਥਾਵਾਂ ਤੇ ਉਹ ਪਰਮਾਤਮਾ ਦਾ ਬਲ ਹੈ, ਵਾਹਿਗੁਰੂ ਜੀ ਦੀ ਕਿਰਪਾ ਹੈ। ਧਿਆਨ ਧਰੋ ਤੇ ਕੋ ਮਨ ਮੈਂ ਜਿਹ ਕੋ ਅਮਿਤ ਤੋਜ ਸਭੈ ਜਗ ਛਾਇਓ। ਵਾਹਿਗੁਰੂ ਦੀ ਕਿਰਪਾ ਦਾ ਬਲ ਸਾਰੀ ਸ੍ਰਿਸ਼ਟੀ ਦੇ ਉੱਪਰ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ। ਪਰਮਾਤਮਾ ਦਾ ਕਿਰਪਾ ਰੂਪੀ ਹੱਥ ਸਾਰੀ ਸ੍ਰਿਸ਼ਟੀ ਤੇ ਹੈ। ਵਾਹਿਗੁਰੂ ਦਾ ਰੂਪ ਬ੍ਰਹਮ ਗਿਆਨੀ ਹੈ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦਾ ਸਾਰੀ ਸ੍ਰਿਸ਼ਟੀ ਦੇ ਕਿਰਪਾ ਰੂਪੀ ਹੱਥ ਵਰਤ ਰਿਹਾ ਹੈ।
ਬ੍ਰਹਮ ਗਿਆਨੀ ਕਾ ਸਗਲ ਆਕਾਰ। ਜਿੰਨਾ ਵੀ ਆਕਾਰ ਹੈ ਨਾ, ਇਹ ਬ੍ਰਹਮ ਗਿਆਨੀ ਦਾ ਹੈ। ਜੋ ਕੁਝ ਵੀ ਅੱਖਾਂ ਦੇ ਨਾਲ ਦਿਸ ਰਿਹਾ ਹੈ ਜਾਂ ਫਿਰ ਜੋ ਕੁਝ ਕੰਨਾਂ ਦੇ ਨਾਲ ਸੁਣਦੇ ਹਾਂ, ਜਿੰਨਾ ਵੀ ਸ੍ਰਿਸ਼ਟੀ ਦਾ ਆਕਾਰ ਬਣਿਆ, ਇਹ ਸਾਰਾ ਬ੍ਰਹਮ ਗਿਆਨੀ ਦਾ ਹੈ। ਜੋ ਦਿਸੈ ਸੋ ਤੇਰਾ ਰੂਪ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਪ੍ਰਮਾਤਮਾ ਜੋ ਕੁਝ ਵੀ ਸੰਸਾਰ ਦੇ ਅੰਦਰ ਆਕਾਰ ਜਿਹੋ ਜਿਹਾ ਵੀ ਆਕਾਰ ਦਿਸਦਾ, ਸਾਰਾ ਆਪ ਜੀ ਦਾ ਹੀ ਸਰੂਪ ਹੈ। ਇਸ ਕਰਕੇ ਬ੍ਰਹਮ ਗਿਆਨੀ ਆਪ, ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਆਕਾਰ ਬ੍ਰਹਮ ਗਿਆਨੀ ਦਾ ਜਾਣਨਾ ਕਰੋ। ਬ੍ਰਹਮ ਗਿਆਨੀ ਆਪ ਨਿਰੰਕਾਰ। ਇਹ ਬ੍ਰਹਮ ਗਿਆਨੀ ਆਪ ਨਿਰੰਕਾਰ ਦਾ ਸਰੂਪ ਹੈ। ਨਿਰਆਕਾਰ, ਨਿਰਗੁਣ ਸਰੂਪ ਦੇ ਵਿੱਚ ਪਰਮਾਤਮਾ ਦਾ ਕੋਈ ਆਕਾਰ, ਕੋਈ ਚੱਕਰ, ਚਿਹਨ, ਰੂਪ, ਰੰਗ, ਜਾਤ ਪਾਤ, ਨਾਮ ਕੁਝ ਕਥਨ ਨਹੀਂ ਕਰ ਸਕਦਾ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ। ਮਹਾਰਾਜ ਕਹਿੰਦੇ ਤਿੰਨਾਂ ਗੁਣਾਂ ਤੋਂ ਵੀ ਅਭਿੰਨ, ਉਹ ਭਿੰਨ ਸਰੂਪ ਹੈ ਪਰਮਾਤਮਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੈ। ਫਿਰ ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਵੀ ਆਪ ਨਿਰੰਕਾਰ ਦਾ ਸਰੂਪ ਹੈ, ਜਿਹਦਾ ਕੋਈ ਆਕਾਰ ਨਹੀਂ ਕੋਈ ਕਥਨ ਕਰ ਸਕਦਾ। ਐਸਾ ਮਹਾਰਾਜ ਕਹਿੰਦੇ ਨਿਰੰਕਾਰ ਦਾ ਰੂਪ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ ਕਿ ਬ੍ਰਹਮ ਗਿਆਨੀ ਦੀ ਸੋਭਾ ਕੇਵਲ ਬ੍ਰਹਮ ਗਿਆਨੀ ਨੂੰ ਹੀ ਬਣ ਆਈ ਹੈ। ਜੇ ਕੋਈ ਮਨੁੱਖ ਯਤਨ ਕਰੇ ਕਿ ਮੈਂ ਬ੍ਰਹਮ ਗਿਆਨੀ ਦੀ ਸੋਭਾ ਕਥਨ ਕਰ ਦੇਵਾਂਗਾ, ਇੰਨੀ ਕੁ ਸੋਭਾ ਹੈ, ਇੰਨੀ ਕੁ ਵਡਿਆਈ ਹੈ, ਇੰਨਾ ਕੁ ਮਾਣ ਹੈ, ਕਿਸੇ ਦੇ ਨਾਲ ਤੁਲਨਾ ਦੇਣ ਦਾ ਯਤਨ ਕਰੇਗਾ ਨਹੀਂ ਤੋਲਿਆ ਜਾ ਸਕਦਾ। ਸੰਸਾਰ ਦੇ ਅੰਦਰ ਤਿੰਨ ਪੈਮਾਨੇ ਮੰਨੇ ਜਾਂਦੇ ਆ, ਤੋਲਣਾ, ਮਾਪਣਾ ਅਤੇ ਗਿਣਨਾ। ਪਰ ਮਹਾਰਾਜ ਕਹਿੰਦੇ ਨਾ ਬ੍ਰਹਮ ਗਿਆਨੀ ਦੀ ਸੋਭਾ ਨੂੰ ਤੋਲਿਆ ਜਾ ਸਕਦਾ ਹੈ, ਨਾ ਮਾਪਿਆ ਜਾ ਸਕਦਾ, ਨਾ ਹੀ ਗਿਣਿਆ ਜਾ ਸਕਦਾ ਹੈ। ਤਿੰਨਾਂ ਪੈਮਾਨਿਆਂ ਤੋਂ ਉੱਪਰ ਹੈ ਬ੍ਰਹਮ ਗਿਆਨੀ ਦੀ ਜਿਹੜੀ ਸੋਭਾ ਹੈ। ਇਸ ਕਰਕੇ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਉਹ ਬ੍ਰਹਮ ਗਿਆਨੀ ਆਪ ਹੀ ਬਣਦਾ, ਆਪ ਹੀ ਜਾਣਨ ਵਾਲਾ ਹੈ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਧਨੀ ਮਾਲਕ ਬ੍ਰਹਮ ਗਿਆਨੀ ਹੈ। ਜਿਵੇਂ ਪਰਮਾਤਮਾ ਨੂੰ ਕਿਹਾ ਜਾਂਦਾ ਕਿ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਤਿੰਨਾਂ ਲੋਕਾਂ ਦਾ ਮਾਲਕ ਪਰਮਾਤਮਾ ਹੈ। ਜਿਸ ਵੀ ਥਾਂ ਤੇ ਸੂਖਸ਼ਮ ਚਾਹੇ ਸਥੂਲ ਜੀਵ ਹਨ, ਜਿੰਨੀਆਂ ਵੀ ਪਰਮਾਤਮਾ ਨੇ ਸ੍ਰਿਸ਼ਟੀਆਂ ਬਣਾਈਆਂ ਨੇ, ਜਿਹੋ ਜਿਹੇ ਆਕਾਰ, ਜਿਹੋ ਜਿਹੇ ਰੰਗ ਢੰਗ ਪਰਮਾਤਮਾ ਨੇ ਬਣਾਏ ਹੈ, ਸਭ ਦੇ ਉੱਪਰ ਮਾਲਕੀਅਤ ਪਰਮਾਤਮਾ ਦੀ ਹੈ। ਸਭ ਦਾ ਮਾਲਕ ਕੌਣ ਹੈ? ਪਰਮਾਤਮਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਦਾ ਪਿਆਰਾ ਬ੍ਰਹਮ ਗਿਆਨੀ ਹੈ। ਇਸ ਅਸ਼ਟਪਦੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਦੇ ਗੁਣ ਕਥਨ ਕੀਤੇ ਹਨ। ਬ੍ਰਹਮ ਗਿਆਨੀ ਦੀ ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤੀ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰਕੇ ਸਾਨੂੰ ਦਰੋਂ ਕਰੋ ਪਿਆਰੀ ਸਿੱਖੀ ਦੀ ਨਾਮ ਦੀ ਦਾਤ ਬਖਸ਼ਿਸ਼ ਕਰੋ। ਮਹਾਰਾਜ ਸਿੱਖੀ ਬਖਸ਼ੀ ਹੈ ਤੇ ਕਮਾਉਣ ਦਾ ਬਲ ਬਖਸ਼ਿਸ਼ ਕਰੋ। ਗੁਰੂ ਚਰਨਾਂ ਵਿੱਚ ਬੇਨਤੀ ਕਰੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।